ਸਾਡੇ ਵਡਕੇ ਜਦ ਕੋਈ ਸੁਨੇਹਾ ਖਤ ਦੀ ਸੂਰਤ ਭੇਜਦੇ ਸਨ ਤੇ ਵਰਿਆਂ ਲੰਘ ਜਾਂਦੇ ਸਨ, ਖਤ ਦਾ ਜਵਾਬ ਨਹੀਂ ਸੀ ਆਉਂਦਾ। ਦੁਨੀਆ ਦੇ ਗਲੋਬਲ ਵਿਲੇਜ ਬਣਨ ਪਾਰੋਂ ਅੱਜ ਅਸੀਂ ਆਪਣੇ ਪਿਆਰਿਆਂ ਦੀ ਆਵਾਜ਼ ਵੀ ਸੁਣ ਸਕਦੇ ਹਾਂ, ਉਹਨਾਂ ਦੀਆਂ ਸ਼ਕਲਾਂ ਵੀ ਵੇਖ ਸਕਦੇ ਹਾਂ ਤੇ ਇੱਕ ਕਲਿੱਕ ਤੇ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹਾਂ। ਜਿੱਥੇ ਸੋਸ਼ਲ ਮੀਡੀਆ, ਇੰਟਰਨੈਟ ਇਹ ਸਾਰੇ ਨੇ ਸਾਡੀ ਜ਼ਿੰਦਗੀ ਵਿੱਚ ਆਸਾਨੀਆਂ ਪੈਦਾ ਕੀਤੀਆਂ ਨੇ, ਉੱਥੇ ਕਈ ਮੁਸੀਬਤਾਂ ਤੇ ਮਸਾਇਲ ਨੇ ਵੀ ਜਨਮ ਲਿਆ। ਸੋਸ਼ਲ ਮੀਡੀਆ ਦੇ ਜ਼ਰੀਏ ਮੁਖਤਲਿਫ ਨੌਈਅਤ ਦੇ ਜਰਾਇਮ ਕੀਤੇ ਜਾ ਰਹੇ ਨੇ, ਜਿਨ੍ਹਾਂ ਨੂੰ ਕਿ ਸਾਈਬਰ ਕ੍ਰਾਈਮ ਆਖਿਆ ਜਾਂਦਾ ਹੈ। ਬਾਜ਼ ਔਕਾਤ ਲੋਕਾਂ ਦੇ ਆਈਡੀ ਹੈਕ ਹੋ ਜਾਂਦੇ ਨੇ, ਲੋਕਾਂ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੇ ਨਾਲ ਆਨਲਾਈਨ ਫਰਾਡ ਕੀਤੇ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ ਸਾਈਬਰ ਕ੍ਰਾਈਮ ਕਹਿਲਾਉਂਦੀਆਂ ਨੇ। ਤੇ ਅੱਜ ਦੀ ਇਸ ਬੈਠਕ ਵਿੱਚ ਮੈਂ ਅਮਾਰਾ ਫਰਦ ਤੁਹਾਨੂੰ ਸਾਰਿਆਂ ਨੂੰ ਖੁਸ਼ਾਮਦੀਦ ਕਹਿੰਦੀ ਹਾਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਈਬਰ ਕ੍ਰਾਈਮ ਦੇ ਹਵਾਲੇ ਨਾਲ ਤੇ ਸਾਈਬਰ ਸਿਕਿਉਰਿਟੀ ਦੇ ਹਵਾਲੇ ਨਾਲ। ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਸਾਡੇ ਮਹਿਮਾਨ ਮੌਜੂਦ ਨੇ ਡਾਕਟਰ ਜ਼ਫਰ ਇਕਬਾਲ ਸਾਹਿਬ, ਜਿਹੜੇ ਕਿ ਇੱਕ ਮਾਇਆਨਾਜ਼ ਸਾਈਕੈਟਰਿਸਟ ਨੇ। ਉਹਨਾਂ ਦੇ ਨਾਲ ਤਸ਼ਰੀਫ ਫਰਮਾ ਨੇ ਆਸਿਫ ਇਕਬਾਲ ਸਾਹਿਬ, ਜਿਹੜੇ ਡਿਪਟੀ ਡਾਇਰੈਕਟਰ ਨੇ FIA ਦੇ ਤੇ ਸਾਈਬਰ ਕ੍ਰਾਈਮ ਵਿੰਗ ਦੇ ਇੱਕ ਆਫੀਸਰ ਨੇ। ਗੁਫ਼ਤਗੂ ਦਾ ਆਗਾਜ਼ ਕਰਾਂਗੇ ਆਸਿਫ ਇਕਬਾਲ ਸਾਹਿਬ ਤੋਂ। ਸਰ, ਇਹ ਦੱਸੋ ਕਿ ਸਾਈਬਰ ਕ੍ਰਾਈਮ ਦੀ ਡੋਮੇਨ ਵਿੱਚ ਕਿਹੜੇ-ਕਿਹੜੇ ਜੁਰਮ ਆਉਂਦੇ ਨੇ ਤੇ ਕਿਸ ਐਕਟੀਵਿਟੀ ਨੂੰ ਜਾਂ ਜੁਰਮ ਨੂੰ ਅਸੀਂ ਸਾਈਬਰ ਕ੍ਰਾਈਮ ਕਹਿ ਸਕਦੇ ਹਾਂ? ਜਿਹੜੇ ਕ੍ਰਾਈਮ ਕਮਿਟ ਕੀਤੇ ਜਾਂਦੇ ਨੇ ਟੈਕਨੋਲੋਜੀ ਨੂੰ ਯੂਜ਼ ਕਰਦੇ ਹੋਏ, ਯਾਨੀ ਟੈਕਨੋਲੋਜੀ, ਮੋਬਾਈਲ, ਲੈਪਟਾਪ, ਕੰਪਿਊਟਰ, ਇਲੈਕਟ੍ਰੋਨਿਕ ਡਿਵਾਈਸਿਸ ਨੂੰ ਜਿਹੜਾ ਯੂਜ਼ ਕਰਦੇ ਹੋਏ ਕ੍ਰਾਈਮ ਕਮਿਟ ਕੀਤਾ ਜਾਂਦਾ, ਉਹਨੂੰ ਬੇਸਿਕਲੀ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ। ਔਰ ਉਹਦੇ ਵਿੱਚ ਇੰਟਰਨੈਟ ਜਾਂ ਕੋਈ ਵੀ ਨੈਟਵਰਕ ਜਿਹੜਾ ਉਹ ਇਹਦਾ ਟੂਲ ਹੁੰਦਾ। ਤੇ ਇਹਦੇ ਵਿੱਚ ਜ਼ਿਆਦਾ ਜਿਹੜਾ ਪਾਕਿਸਤਾਨ ਦੇ ਅੰਦਰ, ਵੈਸੇ ਤਾਂ ਪੂਰੀ ਦੁਨੀਆ 'ਚ ਦੋ ਤਰ੍ਹਾਂ ਦੇ ਕ੍ਰਾਈਮਸ ਨੇ। ਸੋਸ਼ਲ ਮੀਡੀਆ ਦਾ ਕ੍ਰਾਈਮ ਹੁੰਦਾ ਹੈ ਤੇ ਦੂਸਰਾ ਹੈ ਕਿ ਫਾਈਨੈਂਸ਼ੀਅਲ ਕ੍ਰਾਈਮ ਹੁੰਦਾ ਹੈ। ਪਾਕਿਸਤਾਨ 'ਚ ਜ਼ਿਆਦਾ ਜਿਹੜਾ ਹੈ ਉਹ 2019 ਤੋਂ ਪਹਿਲੇ ਤੱਕ ਤੇ ਸੋਸ਼ਲ ਮੀਡੀਆ ਦਾ ਕ੍ਰਾਈਮ, ਜਿਹਦੇ ਵਿੱਚ ਕਿਸੇ ਦੀ ਫੇਕ ਪ੍ਰੋਫਾਈਲ ਬਣਾ ਦੇਣਾ, ਕਿਸੇ ਦੀ ਪਿਕਚਰਸ ਨੂੰ ਮਿਸਯੂਜ਼ ਕਰ ਲੈਣਾ, ਅਪਲੋਡ ਕਰ ਦੇਣਾ, ਕਿਸੇ ਦੀ ਪਰਸਨਲ ਇਨਫੋਰਮੇਸ਼ਨ ਅਪਲੋਡ ਕਰ ਦੇਣਾ, ਪਿਕਚਰਸ ਲੀਕ ਕਰ ਦੇਣਾ। ਓਬਵੀਅਸਲੀ ਉਹ ਐਡਿਟ ਕੀਤੀ ਹੋਵੇ ਜਾਂ ਓਰੀਜਨਲ ਪਿਕਚਰ ਹੋਵੇ, ਉਹਦੇ ਵਾਸਤੇ ਕਾਨੂੰਨ ਇੱਕ ਹੀ ਹੈਗਾ। ਜਾਂ ਉਹਦੇ ਤੋਂ ਇਲਾਵਾ ਹੇਟ ਸਪੀਚ ਜਿਹੜਾ ਹੈ, ਬੜਾ ਪਾਕਿਸਤਾਨ ਦੇ ਅੰਦਰ ਉਹਦਾ ਟ੍ਰੈਂਡ ਚੱਲ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਸੈਕਟੇਰੀਅਨਿਜ਼ਮ ਦੇ ਹਵਾਲੇ ਨਾਲ ਜਿਹੜਾ ਕੰਟੈਂਟ ਅਪਲੋਡ ਕਰਦੇ ਨੇ। ਉਹ ਹੈਗਾ, ਲੋਕਾਂ ਦਾ ਡਾਟਾ ਕਾਪੀ ਕਰ ਲਿੱਤਾ ਜਾਂਦਾ ਹੈ, ਕਿਸੇ ਦਾ ਇਨਫੋਰਮੇਸ਼ਨ ਸਿਸਟਮ ਨੂੰ ਹੈਕ ਕਰ ਲਿੱਤਾ ਜਾਂਦਾ ਹੈ। ਉਹਦੇ ਵਿੱਚ ਯਾਨੀ ਸਪੂਫਿੰਗ ਹੁੰਦੀ ਹੈ, ਸਪੈਮਿੰਗ ਹੁੰਦੀ ਹੈ, ਇੱਕ ਟਿਪੀਕਲ ਜੇ ਉਹ ਹੁੰਦੇ ਨੇ। ਕਿਸੇ ਦਾ ਓਬਜੈਕਸ਼ਨੇਬਲ ਕੰਟੈਂਟ, ਇਹਦਾ ਬਹੁਤ ਬੁਰਾ ਟ੍ਰੈਂਡ ਹੈ ਪਾਕਿਸਤਾਨ ਦੇ ਅੰਦਰ ਕਿ ਕਿਸੇ ਕੁੜੀ ਮੁੰਡੇ ਦੀ ਦੋਸਤੀ ਹੁੰਦੀ ਹੈ, ਸਕੂਲ ਕਾਲਜ ਦੇ ਦੋਸਤ ਹੁੰਦੇ ਨੇ, ਜਾਂ ਈਵਨ ਹਸਬੈਂਡ ਔਰ ਵਾਈਫ, ਮੀਆਂ ਬੀਵੀ ਆਪਸ ਦੇ ਵਿੱਚ ਇੱਕ ਦੂਸਰੇ ਦੀ ਪਿਕਚਰਸ ਉਹਨਾਂ ਨੇ ਸ਼ੇਅਰ ਕੀਤੀਆਂ ਹੁੰਦੀਆਂ ਨੇ। ਉਹ ਜਿਸ ਵੇਲੇ ਉਹਨਾਂ ਦੀ ਕੋਈ ਨਾਰਾਜ਼ਗੀ ਹੁੰਦੀ ਹੈ ਤੇ ਉਹ ਅਪਲੋਡ ਕਰਨਾ ਸ਼ੁਰੂ ਕਰ ਦਿੰਦੇ ਨੇ, ਪਬਲਿਕ ਈਵਨ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਟ੍ਰੈਂਡਸ ਹੈਗੇ ਨੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ, ਜਿਹੜੇ ਪਾਕਿਸਤਾਨ ਦੇ ਅੰਦਰ ਜ਼ਿਆਦਾ ਕ੍ਰਾਈਮ ਦੇਖਿਆ ਜਾ ਰਿਹਾ। ਔਰ ਇਹਦੇ ਤੋਂ ਇਲਾਵਾ ਦੂਸਰਾ ਫਾਈਨੈਂਸ਼ੀਅਲ ਕ੍ਰਾਈਮ, ਉਹਦੇ ਵਿੱਚ ਕਾਲ ਆਉਂਦੀ ਹੈ। ਉਹ ਅੱਜ ਕੱਲ੍ਹ ਤੁਸੀਂ ਸੁਣਿਆ ਹੋਣਾ ਹੈ ਕਿ ਜੀ ਤੁਹਾਡਾ ਇਨਾਮ ਨਿਕਲ ਆਇਆ ਹੈ, ਜਾਂ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ, ਜਾਂ ਬੈਂਕ ਦਾ ਰਿਪਰੈਜ਼ੈਂਟੇਟਿਵ ਬਣ ਕੇ ਕਾਲ ਕਰਦਾ ਹੈ, ਉਹ ਇਨਫੋਰਮੇਸ਼ਨ ਲੈ ਲੈਂਦਾ ਤੁਹਾਡੇ ਅਕਾਊਂਟ ਤੋਂ, ਸਾਰਾ ਹੀ ਅਮਾਊਂਟ ਕੱਢ ਲੈਂਦਾ। ਉਹ ਵੀ ਟ੍ਰੈਂਡ ਪਾਕਿਸਤਾਨ ਦੇ ਅੰਦਰ ਚੱਲ ਰਿਹਾ ਹੈ। ਉਹਦੇ ਤੋਂ ਇਲਾਵਾ ਅੱਜ ਕੱਲ੍ਹ ਇੱਕ ਹੋਰ ਕੰਮ ਸ਼ੁਰੂ ਹੋਇਆ ਹੈ ਕਿ ਜੀ ਮੈਂ ਤੁਹਾਡਾ ਫਲਾਂ ਦੋਸਤ ਅਮਰੀਕਾ ਤੋਂ, ਕੈਨੇਡਾ ਤੋਂ ਗੱਲ ਕਰ ਰਿਹਾ, ਥੋੜ੍ਹੇ ਜਿਹੇ ਪੈਸੇ ਫਲਾਂ ਬੰਦੇ ਨੂੰ ਦੇ ਦਿਓ। ਜਿਹੜੇ ਉਹ ਤੁਹਾਨੂੰ ਭੇਜ ਰਿਹਾ ਹੁੰਦਾ ਹੈ, ਬੇਸਿਕਲੀ ਉਹ ਜਸਟ ਇੱਕ ਸਕਰੀਨਸ਼ਾਟ ਹੁੰਦਾ, ਉਹ ਤੁਹਾਡੇ ਅਕਾਊਂਟ 'ਚ ਟ੍ਰਾਂਸਫਰ ਨਹੀਂ ਕਰਦਾ। ਇਹ ਬਹੁਤ ਜ਼ਿਆਦਾ ਆਮ ਹੋਇਆ ਹੈ। ਇੱਕ ਹੋਰ ਚੀਜ਼ ਹੈ ਫਾਈਨੈਂਸ਼ੀਅਲ ਕ੍ਰਾਈਮ ਦੇ ਅੰਦਰ ਕਿ ਤੁਹਾਨੂੰ ਕਾਲ ਕਰਦਾ ਜੀ ਤੁਹਾਡਾ ਭਤੀਜਾ, ਭਾਂਜਾ, ਬੇਟਾ, ਅਸੀਂ ਪੁਲਿਸ ਸਟੇਸ਼ਨ ਤੋਂ ਗੱਲ ਕਰ ਰਹੇ ਹਾਂ, ਪਕੜ ਲਿਆ ਹੋਇਆ ਹੈ। ਤੇ ਇਹ ਬਹੁਤ ਹੀ ਗੰਦੇ ਕਿਸਮ ਦੇ ਕ੍ਰਾਈਮ, ਕੋਈ ਰੇਪ ਦਾ ਕ੍ਰਾਈਮ ਹੁੰਦਾ ਹੈ ਜਾਂ ਕੋਈ ਅਸਲਾ ਪਕੜਿਆ ਗਿਆ, ਇਹਦੇ ਕੋਲੋਂ ਬੰਦਾ ਪੈਨਿਕ ਹੋ ਜਾਂਦਾ ਔਰ ਉਹ ਕਹਿੰਦੇ ਨੇ ਜੀ ਇੰਨੇ ਪੈਸੇ ਸਾਨੂੰ ਦੇ ਛੱਡੋ, ਅਸੀਂ ਸਪੋਰਟ ਕਰਾਂਗੇ। ਉਹ ਇਸ ਕਿਸਮ ਦਾ ਕਿਸੇ ਦਾ ID, ਕਿਸੇ ਦਾ ਅਕਾਊਂਟ ਹੈਕ ਕਰਕੇ, ਬੈਂਕ ਅਕਾਊਂਟ ਆਨਲਾਈਨ ਹੈ ਅੱਜ ਕੱਲ੍ਹ, ਉਹਦੇ 'ਚੋਂ ਅਮਾਊਂਟ ਟ੍ਰਾਂਸਫਰ ਕਰ ਲਿੱਤੀ ਜਾਂਦੀ ਹੈ। ਇਹ ਉਹ ਚੀਜ਼ਾਂ ਨੇ ਜਿਹੜੀਆਂ ਪਾਕਿਸਤਾਨ ਦੇ ਅੰਦਰ ਕਾਫੀ ਸਾਰਾ ਕ੍ਰਾਈਮ, ਯਾਨੀ ਕਿ ਮੁਖਤਲਿਫ ਨੌਈਅਤ ਦੇ ਜਰਾਇਮ ਜਿਹੜੇ ਨੇ ਉਹ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਦੇ ਹੋਏ ਕੀਤੇ ਜਾ ਰਹੇ ਨੇ। ਜੀ ਐਗਜ਼ੈਕਟਲੀ। ਤੇ ਸਰ, ਗੱਲ ਹੋਈ ਹੈ ਅਦਮ ਬਰਦਾਸ਼ਤ ਦੀ ਤੇ ਹੇਟ ਸਪੀਚ ਫੈਲਾਉਣ ਦੀ, ਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਅਕਸਰ ਲੋਕ ਜਿਹੜੇ ਨੇ ਉੱਥੇ ਹੇਟ ਸਪੀਚ ਫੈਲਾਉਂਦੇ ਨੇ ਤੇ ਮਾਸ਼ਰੇ ਨੂੰ ਇੰਤਸ਼ਾਰ ਵੱਲ ਲੈ ਕੇ ਜਾ ਰਹੇ ਨੇ। ਤੇ ਇਸ ਮਾਸ਼ਰਤੀ ਰਵੱਈਏ ਬਾਰੇ ਤੁਹਾਡਾ ਬੀਇੰਗ ਏ ਸਾਈਕੈਟਰਿਸਟ ਕੀ ਖਿਆਲ ਹੈ? ਇਸ ਤਰ੍ਹਾਂ ਦੀ ਕੋਈ ਸਪੀਚ ਬੰਦਾ ਗੱਲਬਾਤ ਸੁਣਦਾ ਹੈ, ਉਹ ਇੱਕ ਤਰ੍ਹਾਂ ਇਮੋਸ਼ਨਲ ਹੋ ਜਾਂਦਾ ਹੈ। ਇਮੋਸ਼ਨਲ ਹੋ ਕੇ ਉਹਨੂੰ ਬਲੈਕਮੇਲ ਕੀਤਾ ਜਾਂਦਾ ਔਰ ਬਲੈਕਮੇਲ ਕਰਕੇ ਉਹਦੇ ਤੋਂ ਆਪਣੀ ਮਰਜ਼ੀ ਜਾਂ ਮਤਲਬ ਦੀ ਕੋਈ ਚੀਜ਼ ਹਾਸਲ ਕਰ ਲਈ ਜਾਂਦੀ। ਔਰ ਉਹਦੇ 'ਚ ਜਿਸ ਤਰ੍ਹਾਂ ਮਨੀ ਵੀ ਹੈ, ਦੂਸਰੀਆਂ ਇਸ ਤਰ੍ਹਾਂ ਦੀ ਚੀਜ਼ਾਂ ਹਨ, ਕੁਝ ਤੁਸੀਂ ਲੈ ਸਕਦੇ ਜੇ, ਉਹਦੇ ਤੋਂ ਕੁਝ ਇਸ ਤਰ੍ਹਾਂ ਦੀ ਗੱਲਬਾਤ ਨਿਕਲਵਾ ਸਕਦੇ ਜੇ ਜਿਹੜੀ ਤੁਸੀਂ ਉਹਨੂੰ ਬਲੈਕਮੇਲਿੰਗ ਕਰਕੇ। ਔਰ ਜਿਹੜਾ ਕਿ ਬਹੁਤ ਆਮ ਹੋ ਰਿਹਾ। ਔਰ ਇਸ ਤੋਂ ਇਲਾਵਾ ਸਾਡੀ ਜਿਹੜੀ ਖਸੂਸਨ ਯੂਥ ਹੈ ਔਰ ਯੰਗ ਲੋਕ ਹਨ, ਟੀਨਏਜਰ ਬੱਚੇ ਹਨ, ਉਹਨਾਂ 'ਤੇ ਇਹਦਾ ਬਹੁਤ ਬੁਰਾ ਇਫੈਕਟ ਆ ਰਹੇ ਹਨ।
ਠੀਕ। ਔਰ ਉਹ ਇਸ ਸੋਸ਼ਲ ਮੀਡੀਆ ਦਾ ਯੂਜ਼ ਦੀ ਬਜਾਏ ਇਹਦਾ ਇਸਤੇਮਾਲ ਇਸ ਤਰ੍ਹਾਂ ਦਾ ਕਰ ਰਹੇ ਨੇ ਕਿ ਉਹ ਮਿਸਯੂਜ਼ ਹੁੰਦਿਆਂ ਹੋਇਆ ਸਾਡੀ ਸੁਸਾਇਟੀ ਤੇ ਔਰ ਇਸ ਜਨਰੇਸ਼ਨ ਦੇ ਅੰਦਰ ਬਹੁਤ ਜ਼ਿਆਦਾ ਉਹਦੇ ਬੁਰੇ ਅਸਰਾਤ ਆ ਰਹੇ ਨੇ, ਜੋ ਪੇਸ਼ੈਂਟ ਸਾਨੂੰ ਸੈਂਟਰ ਤੇ ਕਲੀਨਿਕ ਤੇ ਰਿਪੋਰਟ ਹੁੰਦੇ ਨੇ। ਤੇ ਤੁਹਾਡੇ ਚੈਨਲ ਜਾਂ ਇਹਦੇ ਪੀਟੀਵੀ ਦੀ ਤਰਫੋਂ ਇਹ ਮੈਸੇਜ ਮਦਰਸ ਜਿਹੜੀ ਮਾਵਾਂ ਹਨ ਉਹਨਾਂ ਨੂੰ ਖਸੂਸੀ ਤੌਰ ਤੇ ਆਪਣੇ ਬੱਚਿਆਂ ਨੂੰ, ਈਵਨ ਮਾਵਾਂ ਚਾਹੁੰਦੀਆਂ ਹਨ ਕਿ ਉਹ ਜਦੋਂ ਖਾਣਾ ਬੱਚਾ ਖਾ ਰਿਹਾ ਹੋਵੇ ਤੇ ਉਹਨੂੰ मोबाइल ओपन टैब करके या मोबाइल ते वीडियो हाँ, चला के दे दो और टैब और मोबाइल या स्क्रीन एडिक्शन बकायदा बन जाती है और बच्चा ਉਹਦੇ ਤੋਂ ਬਗੈਰ ਆਪਣੀ ਮੂਵਮੈਂਟ ਨਹੀਂ ਕਰਦਾ, ਜਿਹੜਾ ਕਿ ਇੱਕ ਐਸਤਾ ਐਸਤਾ ਫਿਰ ਉਹ ਨਫਸਿਆਤੀ ਜ਼ਹਿਨੀ ਮਰੀਜ਼ ਬਣਨਾ ਸ਼ੁਰੂ ਹੋ ਜਾਂਦਾ ਹੈ। ਤੇ ਇਸ ਵਾਸਤੇ ਇਹਦਾ ਜਿਸ ਤਰ੍ਹਾਂ ਅਦਰ ਕ੍ਰਾਈਮ ਹੈ, ਇਸ ਤਰ੍ਹਾਂ ਉਹ ਮਰੀਜ਼ ਜਾਂ ਉਸ ਕਿਸੇ ਵੀ ਪਰਸਨ ਦੀ ਜਿਹੜਾ ਇੱਕ ਲਿਮਿਟ ਤੋਂ ਜ਼ਿਆਦਾ ਇਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ, ਉਹ ਫਿਰ ਐਸਤਾ ਐਸਤਾ ਨਫਸਿਆਤੀ ਜ਼ਹਿਨੀ ਔਰ ਅਕੇਲੇਪਨ ਦਾ, ਪਰੇਸ਼ਾਨੀ ਦਾ ਔਰ ਡਿਪਰੈਸ਼ਨ ਦਾ ਮਰੀਜ਼ ਬਣਦਾ ਜਾਂਦਾ ਹੈ ਔਰ ਉਸ ਤੋਂ ਅੱਗੇ ਉਹਦੀ ਫਿਰ ਸਿਹਤ ਖਰਾਬ ਹੁੰਦੀ ਹੈ। ਤੇ ਇਸ ਵਾਸਤੇ ਇਹ ਕਮਿਊਨਿਟੀ ਨੂੰ, ਖਾਸ ਕਰਕੇ ਮਾਵਾਂ ਨੂੰ ਇਹ ਮਸ਼ਵਰਾ ਹੈ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਔਰ ਟੀਨਏਜਰ ਦਾ ਧਿਆਨ ਰੱਖਣ ਔਰ ਉਹਨਾਂ ਨੂੰ ਮੋਬਾਈਲ ਇੱਕ ਲਿਮਿਟ ਤੋਂ ਇੱਕ ਤੋਂ ਜ਼ਿਆਦਾ ਇਸਤੇਮਾਲ ਨਾ ਕਰਨ। ਬਿਲਕੁਲ, ਬਹੁਤ ਖੂਬਸੂਰਤ ਗੱਲ ਕੀਤੀ ਤੁਸੀਂ ਸਰ। ਸਰ ਇਹ ਦੱਸੋ ਕਿ ਕਿਸੇ ਇਨਸਾਨ ਦੇ ਨਾਲ ਕੋਈ ਆਨਲਾਈਨ ਫਰਾਡ ਹੋ ਜਾਂਦਾ ਹੈ ਜਾਂ ਕਿਸੇ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ, ਕੋਈ ਹਰਾਸਾਂ ਕਰ ਰਿਹਾ ਤੇ ਉਹ FIA ਦੇ ਵਿੱਚ ਜਾ ਕੇ ਇਸ ਦੀ ਸ਼ਿਕਾਇਤ ਦਰਜ ਕਰਨਾ ਚਾਹੁੰਦਾ ਹੈ, ਤਾਂ ਉਹਦਾ ਕੀ ਤਰੀਕਾਕਾਰ ਹੈ? ਥੋੜਾ ਉਸ ਤੇ ਚਾਨਣ ਪਾਓ ਤੇ ਇਹ ਵੀ ਦੱਸੋ ਕਿ ਤੁਸੀਂ ਫਿਰ ਕਿੰਨੇ ਟਾਈਮ ਦੇ ਵਿੱਚ ਰਿਸਪੌਂਡ ਕਰਦੇ ਹੋ ਜਦੋਂ ਕੋਈ ਬੰਦਾ ਸ਼ਿਕਾਇਤ ਲੈ ਕੇ ਆਉਂਦਾ ਹੈ, ਤਾਂ ਉਹਦਾ ਤਰੀਕਾਕਾਰ ਕੀ ਹੈ? ਸਾਈਬਰ ਕ੍ਰਾਈਮ ਵਿੰਗ ਨਾਲ ਕੰਪਲੇਂਟ ਕਰਨਾ ਜੀ 2-3 ਤਰੀਕੇ ਹੈ ਨੇ। ਇੱਕ ਤੇ ਹੈਲਪ ਡੈਸਕ HELPDESK @NR3C NR3 3 ਡਿਜਿਟ ਵਾਲਾ c.gov.pk, ਠੀਕ ਹੈ, ਇਹ ਈਮੇਲ ID ਹੈ, ਇਹਦੇ ਤੇ ਈਮੇਲ ਕੀਤਾ ਜਾ ਸਕਦਾ ਹੈ। ਦੂਸਰਾ ਹੈ ਵੇ ਕਿ complaint.fia.gov.pk, ਇਹ ਪੋਰਟਲ ਹੈ ਆਨਲਾਈਨ, ਇਹਦੇ ਤੇ ਕੰਪਲੇਂਟ ਕੀਤਾ ਜਾ ਸਕਦਾ ਔਰ ਉਹਦੇ ਤੇ ਬਾਕਾਇਦਾ ਪੂਰਾ ਪਲੇਟਫਾਰਮ ਬਣਿਆ ਹੋਇਆ ਹੈ। ਤੀਸਰਾ ਹੈ ਵੇ ਕਿ ਇਨ ਪਰਸਨ ਤੁਸੀਂ ਜਾ ਕੇ ਕੰਪਲੇਂਟ ਕਰ ਸਕਦੇ ਜੇ। 15 ਸਾਈਬਰ ਕ੍ਰਾਈਮ ਵਿੰਗ ਦੇ ਆਫਿਸਿਸ ਨੇ ਪੂਰੇ ਪਾਕਿਸਤਾਨ ਦੇ ਅੰਦਰ, ਜਿੱਥੇ ਜਾ ਕੇ ਖੁਦ ਵੀ ਕੰਪਲੇਂਟ ਕੀਤੀ ਜਾ ਸਕਦੀ। ਔਰ ਮੈਂ ਇਹ ਇਨਕਰੇਜ ਕਰਾਂਗਾ ਕਿ ਖੁਦ ਜਾ ਕੇ ਕੰਪਲੇਂਟ ਕਰਨਾ ਇਸ ਵਾਸਤੇ ਬਿਹਤਰ ਹੈ ਕਿ ਕੁਝ ਐਸੇ ਮੈਟਰਸ ਹੁੰਦੇ ਨੇ ਜਿਹਦੇ ਵਿੱਚ ਆਬਜੈਕਸ਼ਨੇਬਲ ਕੰਟੈਂਟ, ਅਗਰ ਕੋਈ ਕਿਸੇ ਦਾ ਕੋਈ ਬੱਚੀ ਬਲੈਕਮੇਲ ਹੋ ਰਹੀ ਹੈ, ਅਗਰ ਇਸ ਤਰ੍ਹਾਂ ਦਾ ਸੀਰੀਅਸ ਮੈਟਰ ਹੈ ਕਿ ਜਿਹਦੇ ਵਿੱਚ ਜੋ ਹਰੈਸਰ ਹੈ ਉਹ ਟਾਈਮ ਲਿਮਿਟ ਦੇ ਰਿਹਾ ਤੁਹਾਨੂੰ ਕਿ ਮੈਂ ਕੱਲ ਤੱਕ ਪਰਸੋਂ ਤੱਕ ਤੁਹਾਡਾ ਡਾਟਾ ਅਪਲੋਡ ਕਰ ਦਿਆਂਗਾ ਜਾਂ ਵਾਇਰਲ ਕਰ ਦਿਆਂਗਾ, ਉਹਦੇ ਵਿੱਚ ਖੁਦ ਆਉਣਾ ਜ਼ਿਆਦਾ ਬਿਹਤਰ ਹੈ ਕਿ ਸੇਮ ਡੇ ਕੰਪਲੇਂਟ ਕਰਕੇ ਸੇਮ ਡੇ ਹੀ ਰੇਡ ਕੀਤਾ ਜਾ ਸਕਦਾ ਔਰ ਬੰਦੇ ਨੂੰ ਪਕੜਿਆ ਜਾ ਸਕਦਾ। ਅੱਛਾ, ਜਿੱਥੇ ਫਾਈਨੈਂਸ਼ੀਅਲ ਕ੍ਰਾਈਮਸ ਨੇ ਉੱਥੇ ਇਹ ਹੁੰਦਾ ਕਿ ਫੌਰੀ ਤੌਰ ਤੇ ਕੰਪਲੇਂਟ ਕਰਕੇ ਜਿਹੜੇ ਅਕਾਊਂਟ ਵਿੱਚ ਅਮਾਊਂਟ ਟ੍ਰਾਂਸਫਰ ਕੀਤੀ ਜਾਂਦੀ ਹੈ, ਕਿਉਂਕਿ ਵਿਡਰਾਅਲ ਬੜਾ ਘੱਟ ਅਮਾਊਂਟ ਦਾ ਹੁੰਦਾ, 50,000 ਦਾ, 25,000 ਦਾ, ਲੇਕਿਨ ਇਹ ਹੁੰਦਾ ਕਿ ਅਮਾਊਂਟ ਜਿਹੜੇ ਫਰਾਡਸਟਰਸ ਨੇ ਉਹ IBFT ਦੇ ਥਰੂ ਕਿਸੇ ਹੋਰ ਅਕਾਊਂਟ 'ਚ ਤੁਹਾਡੇ ਅਕਾਊਂਟ 'ਚੋਂ ਟ੍ਰਾਂਸਫਰ ਕਰ ਲੈਂਦੇ ਨੇ, ਜਿਹਦੀ ਲਿਮਿਟ ਕਿਸੇ ਦੀ 2.5 ਲੱਖ ਹੁੰਦੀ ਹੈ, ਕਿਸੇ ਦੀ 10 ਲੱਖ ਤੱਕ ਵੀ ਹੁੰਦੀ ਹੈ। ਉਹਦੇ ਵਿੱਚ ਫੌਰੀ ਤੌਰ ਦੇ ਉੱਤੇ ਤੁਸੀਂ ਕੰਪਲੇਂਟ ਕਰਨਾ ਹੈ ਔਰ ਉਹਦੇ ਵਿੱਚ ਤਾਂ ਕਿ ਬੈਨੀਫੀਸ਼ਰੀ ਅਕਾਊਂਟ ਜਿਹੜਾ ਉਹਨੂੰ ਸੀਜ਼ ਕੀਤਾ ਜਾ ਸਕੇ ਔਰ ਤੁਹਾਡੀ ਅਮਾਊਂਟ ਜਿਹੜੀ ਉਹ ਵਾਪਸ ਦਿੱਤੀ ਜਾ ਸਕੇ। ਉਹਦੇ ਵਾਸਤੇ ਕੰਪਲੇਂਟ ਕਰਨਾ ਫੌਰੀ ਤੌਰ ਤੇ, ਅਗਰ ਪੋਰਟਲ ਜਾਂ ਹੈਲਪ ਡੈਸਕ ਤੇ, ਕਿਉਂਕਿ ਇੰਨੀ ਪੂਰੇ ਪਾਕਿਸਤਾਨ 'ਚੋਂ ਕੰਪਲੇਂਟਸ ਆਉਂਦੀਆਂ ਨੇ, ਮੇਰੇ ਖਿਆਲ ਨਾਲ ਕੋਈ 500-700 ਕੰਪਲੇਂਟਸ ਡੇਲੀ ਦੀਆਂ ਜਿਹੜੀਆਂ ਨੇ ਉਹ ਸਾਈਬਰ ਕ੍ਰਾਈਮ ਵਿੰਗ ਨੂੰ ਹੁੰਦੀਆਂ ਨੇ। ਫਿਰ ਉਹਨਾਂ ਦੀ ਡਿਸਟ੍ਰੀਬਿਊਸ਼ਨ, ਉਹਨਾਂ ਦੀ ਉਹਦੇ ਹਿਸਾਬ ਨਾਲ ਬਿਹਤਰ ਹੈ ਕਿ ਖੁਦ ਜਾ ਕੇ ਕੰਪਲੇਂਟ ਕੀਤਾ ਜਾਵੇ ਔਰ ਡਿਪੈਂਡ ਕਰਦਾ ਕਿ ਤੁਹਾਡੀ ਕੰਪਲੇਂਟ ਕਿਸ ਤਰ੍ਹਾਂ ਦੀ ਹੈ। ਅਗਰ ਤੇ ਅਮਾਊਂਟ ਦੂਸਰੇ ਅਕਾਊਂਟ 'ਚ ਟ੍ਰਾਂਸਫਰ ਹੋ ਕੇ ਤੀਸਰੇ ਚੌਥੇ ਤੱਕ ਚਲੀ ਗਈ ਹੈ, ਓਬਵੀਅਸਲੀ ਫਿਰ ਥੋੜਾ ਮੁਸ਼ਕਿਲ ਹੋ ਜਾਂਦਾ ਹੈ, ਟਾਈਮ ਲੱਗਦਾ ਹੈ। ਕਿ ਟਾਈਮ ਲੱਗਦਾ, ਇਹ ਨਹੀਂ ਹੋ ਸਕਦਾ ਕਿ ਅਨਅਟੈਂਡਡ ਤੁਹਾਡੀ ਕੋਈ ਕੰਪਲੇਂਟ ਚਲੀ ਜਾਵੇ, ਉਹਦੇ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਬੰਦੇ ਬੈਨੀਫੀਸ਼ਰੀ ਤੱਕ ਪਹੁੰਚਣਾ ਔਰ ਫਿਰ ਅਮਾਊਂਟ ਰਿਕਵਰ ਕਰਵਾਉਣਾ ਉਹਦਾ। ਅਦਰਵਾਈਜ਼ ਇਹ ਹੈ ਕਿ ਜਲਦੀ ਵੀ ਹੋ ਜਾਂਦਾ। ਇਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਫਰਾਡ ਕਿਸ ਤਰ੍ਹਾਂ ਦਾ ਹੋਇਆ ਔਰ ਤੁਹਾਨੂੰ ਕਿੰਨਾ ਅੱਗੇ ਜਾਣਾ ਪੈਂਦਾ। ਕੋਈ ਵੀ ਚੈਨਲ ਹੋਵੇ ਉਹਦੇ 'ਚ ਜਿਹੜੀ ਅਮਾਊਂਟ ਟ੍ਰਾਂਸਫਰ ਹੁੰਦੀ ਹੈ ਉਹਦਾ ਰਿਕਾਰਡ ਜਿਸ ਵੇਲੇ ਤੱਕ ਸਾਡੇ ਕੋਲ ਨਹੀਂ ਆਉਂਦਾ, ਅਸੀਂ ਓਬਵੀਅਸਲੀ ਬੈਨੀਫੀਸ਼ਰੀ ਤੱਕ ਨਹੀਂ ਜਾਂਦੇ ਤੇ ਉਹਦੇ ਰਿਕਾਰਡ ਕਦੀ ਫੇਕ ਨਾਵਾਂ ਤੇ ਹੁੰਦਾ ਹੈ, ਉਹ ਅਲਟੀਮੇਟਲੀ ਅਸੀਂ ਪਹੁੰਚ ਜਾਈਦਾ ਬੈਨੀਫੀਸ਼ਰੀ ਤੱਕ ਅਲਹਮਦੁਲਿਲਾ। ਲੇਕਿਨ ਉਹ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦੀ ਕੰਪਲੇਂਟ ਹੈ ਔਰ ਚੈਨਲ ਕਿਸ ਤਰ੍ਹਾਂ ਦਾ ਯੂਜ਼ ਹੋਇਆ। ਬਾਕੀ ਜਿਹੜਾ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਅਸੀਂ ਪ੍ਰਾਇੋਰਟਾਈਜ਼ ਕਰੀਦਾ ਔਰ ਉਹਨੂੰ ਕੋਸ਼ਿਸ਼ ਕਰੀਦੀ ਹੈ ਕਿ ਪਹਿਲੇ ਸੋਲਵ ਕੀਤਾ ਜਾਵੇ, ਕਿਉਂਕਿ ਉਹਦੇ ਵਿੱਚ ਸੁਸਾਈਡ ਤੱਕ ਬੱਚੀਆਂ ਦਾ ਜਾਣ ਦਾ ਖਦਸ਼ਾ ਹੁੰਦਾ, ਉਹਦੇ 'ਚ ਘਰ ਟੁੱਟਣ ਦਾ ਖਦਸ਼ਾ ਹੁੰਦਾ, ਉਹਦੇ ਵਿੱਚ ਫਾਈਨੈਂਸ਼ੀਅਲ ਪੈਸੇ ਤੁਹਾਡੇ ਟੁਰ ਗਏ ਨੇ ਨਾ ਤੇ ਲੋਕ ਬਰਦਾਸ਼ਤ ਕਰ ਲੈਂਦੇ ਨੇ। ਅਗਰ ਰਿਸਪੈਕਟ ਦਾ ਮਾਮਲਾ ਜਿਹੜਾ ਹੈ ਉਹ ਥੋੜਾ ਰਿਸਕੀ ਹੁੰਦਾ ਹੈ। ਉਹ ਇਸ ਵਾਸਤੇ ਸਾਡੀ ਸੋਸਾਇਟੀ 'ਚ ਰਿਸਪੈਕਟ ਜ਼ਿਆਦਾ ਮੈਟਰ ਕਰਦੀ ਹੈ
ਇਸ ਵਾਸਤੇ ਅਸੀਂ ਜਿਹੜੇ ਸੋਸ਼ਲ ਮੀਡੀਆ ਦੇ ਮੈਟਰਸ ਹੁੰਦੇ ਨੇ ਉਹਨਾਂ ਨੂੰ ਪ੍ਰਾਇੋਰਟਾਈਜ਼ ਕਰਕੇ ਉਹਨਾਂ ਨੂੰ ਕੋਸ਼ਿਸ਼ ਕਰੀਦੀ ਕਿ ਪਹਿਲੇ ਜਲਦੀ ਹੱਲ solve ਕੀਤਾ ਜਾਏ। ਅੱਛਾ ਸਰ, ਇੱਥੋਂ ਹੀ ਤੁਹਾਡੀ ਗੱਲ 'ਚੋਂ ਇੱਕ ਸਵਾਲ ਨਿਕਲਿਆ ਕਿ ਖਵਾਤੀਨ ਦੇ ਨਾਲ ਹੀ ਅਮੂਮਨ ਇਸ ਕਿਸਮ ਦੇ ਵਾਕਿਆਤ ਜਿਹੜੇ ਨੇ ਉਹ ਪੇਸ਼ ਆਉਂਦੇ ਨੇ ਤੇ ਹਰਾਸਾਂ ਕੀਤੀਆਂ ਜਾ ਰਹੀਆਂ ਨੇ ਜਾਂ ਤਸਵੀਰਾਂ ਦਾ ਕੋਈ ਮਾਮਲਾ ਹੈ ਤੇ ਖਵਾਤੀਨ ਜ਼ਰਾ ਸਾਡੇ ਮਾਸ਼ਰੇ ਦੇ ਵਿੱਚ ਥਾਣੇ ਕਚਹਿਰੀ ਦੇ ਮਾਹੌਲ ਨੂੰ ਥੋੜਾ ਐਬਜ਼ੌਰਬ ਨਹੀਂ ਕਰ ਸਕਦੀਆਂ ਤੇ ਉਹਨਾਂ ਦੀ ਫਿਰ ਪ੍ਰਾਈਵੇਸੀ ਨੂੰ ਮਲਹੂਜ਼ੇ ਖਾਤਰ ਰੱਖਿਆ ਜਾਂਦਾ ਹੈ ਜਦੋਂ ਆਨ ਅਗਰ ਆਪਣੇ ਕਿਸੇ ਫੈਮਿਲੀ ਮੈਂਬਰ ਦੇ ਨਾਲ ਵੀ ਉਹ ਆਉਂਦੀਆਂ ਨੇ ਤੁਹਾਡੇ ਕੋਲ ਤੇ ਆਪਣਾ ਮਸਲਾ ਲੈ ਕੇ ਆਉਂਦੀਆਂ ਨੇ ਤਾਂ ਉਹ ਫਿਰ ਉਸ ਨੂੰ ਪ੍ਰੋਪਰ ਤਰੀਕੇ ਨਾਲ ਕੀਤਾ ਜਾਂਦਾ ਹੈ? ਜੀ ਇਹ ਬੜਾ ਜ਼ਰੂਰੀ ਕੁਐਸਚਨ ਹੈ ਔਰ ਇਹਦੇ ਤੇ ਇਹਨੂੰ ਰੋਸ਼ਨੀ ਪਾਣਾ ਮਤਲਬ ਉਹ ਇਹਦੇ ਤੇ ਚੁੱਪ ਬਹੁਤ ਰਹਿ ਜ਼ਰੂਰੀ, ਜਾਂਦੀਆਂ ਨੇ ਬਹੁਤ ਬਜਾਏ ਜ਼ਰੂਰੀ। ਇਸ ਦੇ ਕਿ ਉਹ ਬਿਲਕੁਲ ਉਸ ਨੂੰ ਸਹੀ ਗੱਲ highlight ਹੈ। ਕਰਨ। ਬਹੁਤ ਸਾਰੀ ਫੀਮੇਲਸ ਜਿਹੜੀਆਂ ਆਪਣੇ ਘਰ ਨਹੀਂ ਦੱਸ ਸਕਦੀਆਂ। ਕੋਈ ਬੱਚੀ ਹੈ, ਤੁਸੀਂ ਗੱਲ ਕਰ ਰਹੇ ਹੋ ਉਸ ਬੱਚੀ ਦੀ ਜਿਹੜੀ ਪਿੰਡ ਚੋਂ ਨਿਕਲ ਕੇ ਲਾਹੌਰ ਚ ਆਈ ਹੈ, ਕਿਸੇ ਯੂਨੀਵਰਸਿਟੀ ਚ ਪੜ੍ਹਦੀ ਹੈ, ਉਹਦੇ ਨਾਲ ਮਿਸਹੈਪ ਹੋ ਗਿਆ, ਉਹਦੇ ਕੋਲੋਂ ਗਲਤੀ ਹੋ ਗਈ ਹੈ ਔਰ ਉਹ ਫਿਰ ਡਰਦੀ ਹੈ, ਦੱਸਦੀ ਨਹੀਂ, FIA ਆ ਨਹੀਂ ਸਕਦੀ, ਘਰ ਦੱਸ ਨਹੀਂ ਸਕਦੀ, ਉਹਦੀ ਤਾਲੀਮ ਬੰਦ ਹੋਏਗੀ। ਵਰਕਿੰਗ ਵੂਮਨ ਹੈ ਜਿਹੜੀ ਜੌਬ ਕਰ ਰਹੀ, ਬੱਚਿਆਂ ਦਾ ਪੇਟ ਪਾਲ ਰਹੀ ਹੈ, ਅੱਲਾ ਜਾਣੇ ਉਹਦੇ ਪਿੱਛੇ ਕੀ ਸੂਰਤ ਹਾਲ ਹੈ। ਇਹ ਉਹ ਕੈਟਾਗਰੀ ਹੈ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਮੈਂ ਇਸ ਚੀਜ਼ ਦੇ ਵਿੱਚ ਇਨਸ਼ੋਰ ਕਰਾਂਗਾ, ਮੈਂ ਬੜਾ ਸਟਰੋਂਗ ਵਰਡ ਬੋਲ ਰਿਹਾ ਕਿ ਮੈਂ ਇਨਸ਼ੋਰ ਕਰ ਰਿਹਾ ਇਸ ਚੀਜ਼ ਨੂੰ ਕਿ ਇਸ ਤਰ੍ਹਾਂ ਦੀ ਬੱਚੀਆਂ ਸਾਡੇ ਕੋਲ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੀ ਫੈਮਿਲੀ ਨੂੰ ਵੀ ਪਤਾ ਨਹੀਂ ਜੇ ਲੱਗਦਾ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਕਿਸੇ ਮੇਲ ਨੂੰ ਨਾਲ ਲੈ ਕੇ ਆਣ, ਉਹ ਸਾਡੇ ਕੋਲ ਆਣ, ਅਸੀਂ ਉਹਨਾਂ ਦੀ ਕੰਪਲੇਂਟ ਲੈ ਕੇ ਉਹ ਮਸਲਾ ਹੱਲ ਕਰੀਦਾ ਹੈ। ਜਿਹੜਾ ਵੀ ਹਰੈਸਰ ਹੋਏਗਾ ਉਹ ਮੈਂ ਇਨਸ਼ੋਰ ਕਰਨਾ ਇਸ ਚੀਜ਼ ਨੂੰ ਔਰ ਪ੍ਰੋਮਿਸ ਕਰਨਾ ਕਿ ਉਹਨਾਂ ਦਾ ਮਸਲਾ ਸੇਮ ਡੇ ਵੀ ਹੱਲ ਹੋ ਸਕਦਾ ਹੈ। ਉਹਦੇ 'ਚ ਅਗਰ ਕੋਈ ਅਨਨਾਊਨ ਕਰ ਰਿਹਾ ਹੈ ਤੇ ਉਹਨੂੰ ਲੱਭਣ ਵਾਸਤੇ ਓਬਵੀਅਸਲੀ ਸਾਨੂੰ ਵੀ ਕੁਝ ਟਾਈਮ ਲੱਗਦਾ ਕਿਉਂਕਿ ਤੁਸੀਂ ਜਿਹੜਾ ਨਾ ਆਨਲਾਈਨ ਤਰੀਕੇ ਦੇ ਨਾਲ ਔਰ ਟੈਕਨੀਕਲੀ ਉਸ ਚੀਜ਼ ਤੱਕ ਪਹੁੰਚਣਾ ਹੈ। ਸਾਡੇ ਜਿਹੜੇ ਸਾਈਬਰ ਕ੍ਰਾਈਮ ਵਿੰਗ ਦੇ ਆਫੀਸਰਸ ਨੇ ਉਹ ਟੈਕਨੀਕਲ ਨੇ, ਸਾਰੇ ਕੰਪਿਊਟਰ ਸਾਇੰਸ ਦੇ ਲੋਕ ਨੇ, ਇੰਜੀਨੀਅਰਿੰਗ ਤੋਂ ਨੇ, ਇਨਵੈਸਟੀਗੇਸ਼ਨ ਆਫੀਸਰਸ ਜਿੰਨੇ ਵੀ ਨੇ, ਅਸੀਂ ਪਹੁੰਚ ਜਾਈਦਾ ਬੰਦੇ ਤੱਕ। ਮੈਂ ਇਨਕਰੇਜ ਕਰਾਂਗਾ ਕਿ ਉਹ ਫੀਮੇਲਸ ਆਣ ਔਰ ਬਹੁਤ ਸਾਰੀ ਫੀਮੇਲਸ ਐਸੀਆਂ ਨੇ, ਸਿਰਫ ਇਹ ਕਿ ਮੀਡੀਆ ਤੇ ਆਉਣ ਤੋਂ ਓਬਵੀਅਸਲੀ ਉਹਨਾਂ ਨੇ ਇਸ ਵਾਸਤੇ ਝਿਜਕਣਾ ਹੈ ਕਿਉਂਕਿ ਇਹੀ ਉਹ ਚੀਜ਼ ਹੈ ਕਿ ਜਿਹਨੂੰ ਉਹ ਸਾਹਮਣੇ ਨਹੀਂ ਲਿਆਉਣਾ ਚਾਹ ਰਹੇ, ਸਾਹਮਣੇ ਨਹੀਂ ਆਉਣਾ ਚਾਹ ਰਹੇ। ਵਰਨਾ ਇੱਥੇ ਹੰਡਰਡਸ ਆਫ ਗਰਲਸ ਔਰ ਫੀਮੇਲਸ ਐਸੀਆਂ ਨੇ ਜਿਹੜੀਆਂ ਆ ਕੇ ਤੁਹਾਨੂੰ ਦੱਸ ਸਕਦੀਆਂ ਨੇ ਕਿ ਸਾਡੀ ਫੈਮਿਲੀ ਨੂੰ ਵੀ ਪਤਾ ਨਹੀਂ ਚੱਲਿਆ ਔਰ ਸਾਡਾ ਮਸਲਾ ਵੀ ਹੱਲ ਹੋ ਗਿਆ। ਇਸ ਚੀਜ਼ ਨੂੰ ਅਸੀਂ ਇਨਸ਼ੋਰ ਬੜੀ ਕਾਬਿਲੇ ਤਹਿਸੀਨ ਗੱਲ ਤੁਸੀਂ ਕੀਤੀ। ਡਾਕਟਰ ਸਾਹਿਬ, ਦਰਸਗਾਹਾਂ ਵਿੱਚ ਤਹਿਕੀਕ ਹੋ ਰਹੀ ਹੈ ਇਸ ਹਵਾਲੇ ਨਾਲ, ਇੱਕ ਡਾਕੂਮੈਂਟਰੀ ਆਈ ਸੀ ਸੋਸ਼ਲ ਡਾਇਲੇਮਾ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਜ਼ਿਆਦਾ ਕਰਦੇ ਨੇ ਉਹ ਨਾ ਖੁਸ਼ ਰਹਿੰਦੇ ਨੇ। ਹਾਲਾਂਕਿ ਇਹ ਐਪਲੀਕੇਸ਼ਨਸ ਤੇ ਸਾਡੀ ਰੀਕ੍ਰੀਏਸ਼ਨ ਲਈ ਬਣਾਈਆਂ ਗਈਆਂ ਨੇ, ਫਿਰ ਉਹਦੀ ਕੀ ਵਜ੍ਹਾ ਹੈ ਕਿ ਇਹਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਲੋਕੀ ਜਿਹੜੇ ਨੇ ਉਹ ਨਾ ਖੁਸ਼ ਰਹਿਣਾ ਸ਼ੁਰੂ ਕਰ ਦਿੰਦੇ ਨੇ? ਇਹ ਜਿਹੜੀ ਤੁਸੀਂ ਚੀਜ਼ ਦੱਸ ਰਹੇ ਜੇ ਨਾ, ਵਕਤੀ ਸ਼ਾਰਟ ਇਫੈਕਟ ਉਹਦੇ ਹੁੰਦੇ ਨੇ ਕਿ ਡੋਪਾਮਾਈਨ ਤੁਹਾਡੇ ਇਨਕਰੀਜ਼ ਹੁੰਦੇ ਨੇ, ਤੁਹਾਨੂੰ ਪਲੇਅਰ ਫੀਲ ਹੁੰਦਾ ਹੈ, ਲੇਕਿਨ ਕੁਝ ਟਾਈਮ ਤੋਂ ਬਾਅਦ ਇਹ ਤਾਂ ਇੱਕ ਨਫਸਿਆਤੀ ਮਰਜ਼ ਬਣਨਾ ਸ਼ੁਰੂ ਹੋ ਜਾਂਦਾ ਹੈ, ਐਡਿਕਸ਼ਨ ਹੋ ਜਾਂਦੀ ਹੈ। ਐਡਿਕਸ਼ਨ ਵੀ ਹੁੰਦਾ, ਤੁਹਾਡੇ ਡਿਪਰੈਸ਼ਨ, ਐਂਗਜ਼ਾਇਟੀ ਔਰ ਤੁਹਾਨੂੰ ਨਫਸਿਆਤੀ ਔਰ ਜ਼ਿਹਨੀ ਪ੍ਰੋਬਲਮ ਸ਼ੁਰੂ ਹੋਣ ਲੱਗ ਜਾਂਦੇ ਨੇ ਔਰ ਤੁਸੀਂ ਅਕੇਲੇਪਨ ਦਾ ਤੁਹਾਨੂੰ, ਕਿਉਂਕਿ ਐਡਿਕਸ਼ਨ ਤੁਸੀਂ ਮੋਬਾਈਲ ਔਰ ਆਪਣੇ ਰੂਮ ਵਿੱਚ ਸੈਪਰੇਟ ਆਪਣਾ ਇਸਤੇਮਾਲ ਕਰਨਾ ਹੈ ਔਰ ਉਹਦੀ ਵਜ੍ਹਾ ਤੋਂ ਅਕੇਲੇਪਨ ਦਾ ਤੁਸੀਂ ਸ਼ਿਕਾਰ ਹੋਵੋਗੇ। ਦੂਸਰਾ, ਤੁਹਾਡੀ ਸੋਸ਼ਲ ਲਾਈਫ ਘਟ ਜਾਏਗੀ ਔਰ ਜਿਹੜੀ ਰੀਅਲ ਸੋਸ਼ਲ ਲਾਈਫ ਹੈ, ਦੋਸਤਾਂ ਨਾਲ, ਫਰੈਂਡਸ ਨਾਲ ਮਿਲਣਾ ਔਰ ਇੱਕ ਜਿਹੜੀ ਤੁਸੀਂ ਨੈਟ ਤੇ ਯੂਜ਼ ਕਰ ਰਹੇ ਹੋ, ਲੋਕੀ ਕਮਰੇ 'ਚ ਬੈਠੇ ਹੁੰਦੇ ਨੇ, ਆਪਸ ਵਿੱਚ ਗੱਲ ਨਹੀਂ ਕਰ ਰਹੇ, ਆਪਣੇ ਆਪਣੇ ਫੋਨ ਤੇ ਲੱਗੇ। ਇਸ ਵਾਸਤੇ ਇਹਦਾ ਇੱਕ ਲਿਮਿਟ ਤੋਂ ਜ਼ਿਆਦਾ ਇਸਤੇਮਾਲ ਉਹ ਇਨਸਾਨੀ ਸਿਹਤ ਵਾਸਤੇ, ਉਹਦੀ ਮਾਸ਼ਰਤੀ ਜ਼ਿੰਦਗੀ ਵਾਸਤੇ, ਉਹਦੀ ਸੋਸ਼ਲ ਲਾਈਫ, ਮਜ਼ਹਬੀ ਲਾਈਫ, ਹਰ ਚੀਜ਼ ਨੂੰ ਉਹ ਡਿਸਟਰਬ ਕਰ ਰਿਹਾ ਹੁੰਦਾ ਹੈ ਔਰ ਉਹਦੀ ਨੀਂਦ ਡਿਸਟਰਬ ਹੁੰਦੀ ਹੈ। ਬਾਰ-ਬਾਰ ਉਹ ਬੰਦਾ ਅਲਰਟ ਮੈਸੇਜ ਦੇਖਦਾ ਹੈ, ਆਇਆ ਹੈ, ਜਵਾਬ ਆਇਆ ਹੈ, ਕਿਤਨੇ ਲਾਈਕਸ ਹੋਏ ਨੇ, ਇਸ ਤਰ੍ਹਾਂ ਦੀ ਚੀਜ਼ਾਂ ਦੇਖਣ 'ਚ ਬਾਰ-ਬਾਰ ਉਹਨੂੰ ਮੋਬਾਈਲ ਦੇਖਣਾ ਪੈਂਦਾ। ਤੇ ਉਹਦੇ ਵਾਸਤੇ ਇਹ ਐਡਵਾਈਸ ਕੀਤੀ ਜਾਂਦੀ ਕਿ ਤੁਸੀਂ ਇੱਕ ਸ਼ਾਰਟ ਟਾਈਮ ਆਪਣਾ ਇਸਤੇਮਾਲ ਕਰੋ, ਚਾਹੇ ਮੀਡੀਆ ਦਾ, ਸੋਸ਼ਲ ਮੀਡੀਆ ਦਾ। ਉਸ ਤੋਂ ਬਾਅਦ ਆਪਣੇ ਫੋਨ ਤੋਂ ਉਹਨੂੰ ਰੈਸਟ ਸਾਈਡ ਤੇ ਰੱਖ ਕੇ ਤੇ ਆਪਣੀ ਦੂਸਰੀ ਲਾਈਫ ਦੇ ਕੰਮ, ਆਪਣਾ ਖਾਣਾ ਪੀਣਾ, ਸਟੱਡੀ, ਵਰਕ, ਜਾਂ ਇਸ ਤੋਂ ਇਲਾਵਾ ਡਰਾਈਵਿੰਗ ਦੇ ਦੌਰਾਨ ਬਹੁਤ ਜ਼ਿਆਦਾ ਹਾਦਸਾਤ ਹੋ ਰਹੇ ਨੇ। ਇਹ ਅਲਾਰਮਿੰਗ, ਬਹੁਤ ਇੱਕ ਪਰੇਸ਼ਾਨੀ ਵਾਲੀ ਗੱਲ ਹੈ ਕਿ ਫੋਨ ਇਸਤੇਮਾਲ ਹੋ ਰਿਹਾ ਹੁੰਦਾ ਹੈ ਔਰ ਉਹਦੇ ਦੌਰਾਨ ਹਾਦਸਾਤ ਹੋ ਜਾਂਦੇ ਨੇ ਅਕਸਰ ਕਿ ਮੈਸੇਜ ਦੇਖਣ ਔਰ ਉਹਦੇ ਵਾਸਤੇ। ਇਸ ਤਰ੍ਹਾਂ ਔਰ ਕਾਫੀ ਇਸ ਤਰ੍ਹਾਂ ਦੀ ਇੰਟੈਂਸਿਵ ਲੈਵਲ ਦੀ ਕੁਝ ਜੌਬਸ ਹਨ, ਸਟੱਡੀ ਹਨ, ਉਹਨਾਂ ਦੇ ਦੌਰਾਨ ਵੀ ਇਸ ਤਰ੍ਹਾਂ ਦੇ ਪ੍ਰੋਬਲਮ ਕ੍ਰੀਏਟ ਹੁੰਦੇ ਨੇ ਔਰ ਫਿਰ ਘਰ ਵਾਲਦੈਨ ਤੋਂ, ਪੇਰੈਂਟਸ ਤੋਂ ਛੁਪ ਕੇ ਬੱਚਾ ਜਾਂ ਬੱਚੀ ਇਸਤੇਮਾਲ ਕਰ ਰਿਹਾ ਹੁੰਦਾ ਉਹਦਾ ਐਕਸੈਸ ਯੂਜ਼। ਫਿਰ ਇਹਦੇ ਅੰਦਰ ਗੈਂਬਲਿੰਗ ਔਰ ਅਦਰ ਐਸੀ ਵੀਡੀਓਜ਼, ਨੈਟਫਲਿਕਸ ਔਰ ਉਸ ਤਰ੍ਹਾਂ ਦਾ ਇਸਤੇਮਾਲ ਬੱਚੇ ਬੱਚੀਆਂ ਕਰਦੇ ਨੇ ਔਰ ਉਹਦੇ 'ਚ ਕੁਛ ਇਸ ਤਰ੍ਹਾਂ ਦੀ ਵੀਡੀਓਜ਼ ਔਰ ਤਸਵੀਰਾਂ ਦੇਖੀਆਂ ਜਾਂਦੀਆਂ ਹਨ
ਜਿਹੜੀ ਮੁਆਸ਼ਰੇ ਨੂੰ ਐਕਸੈਪਟ ਨਹੀਂ ਹੁੰਦੀਆਂ ਔਰ ਉਹ ਛੁਪ ਕੇ ਦੇਖ ਰਹੇ ਹੁੰਦੇ ਨੇ, ਇੱਕ ਬੁਰਾਈ ਦੀ ਤਰਫ ਜਾ ਰਹੇ ਹੁੰਦੇ ਨੇ ਔਰ ਉਸ ਤੋਂ ਅੱਗੇ ਅੱਗੇ ਉਹਨਾਂ ਦੀ ਆਪਣੀ ਜਿਹੜੀ ਅਖਲਾਕੀ ਚੀਜ਼ਾਂ ਹਨ ਔਰ ਇਕਦਾਰ ਹਨ ਸਾਡੀਆਂ ਉਹ ਵੀ ਖਰਾਬ ਤਬਾਹ ਹੋ ਹੁੰਦੀਆਂ ਜਾਂਦੀਆਂ ਹਨ ਨੇ। ਔਰ ਉਸੇ ਨੂੰ ਫਿਰ ਕਾਪੀ ਕਰਦੇ ਆ ਮੁਆਸ਼ਰੇ 'ਚ ਵੀ ਅਪਲਾਈ ਕਰਦੇ ਨੇ, ਜਿਹਦੇ 'ਚ ਮੁਆਸ਼ਰੇ 'ਚ ਇੱਕ ਬਹੁਤ ਵੱਡਾ ਵਿਗਾੜ ਔਰ ਬੇਰਹਿਮੀ ਖਰਾਬੀ ਵੀ ਆ ਪੈਦਾ ਹੁੰਦੀ ਹੈ, ਜਿਹੜੀ ਯੂਥ 'ਚ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਔਰ ਸਾਡੀ ਜਿਹੜੀ ਯੂਥ ਹੈ, ਨੌਜਵਾਨ ਨਸਲ ਹੈ, ਖਾਸ ਕਰ ਯੂਨੀਵਰਸਿਟੀ ਕਾਲਜ ਦੇ ਸਟੂਡੈਂਟ ਔਰ ਈਵਨ ਸਕੂਲ ਲੈਵਲ ਦੇ ਬੱਚੇ ਬੱਚੀਆਂ, ਉਹਨਾਂ ਨੂੰ ਵਾਲਿਦੈਨ ਨੂੰ ਅਪੀਲ ਹੈ ਕਿ ਮੋਬਾਈਲ ਬਿਲਕੁਲ ਇੱਕ ਲਿਮਟਿਡ ਟਾਈਮ ਵਾਸਤੇ ਦੇਣ, ਇਸ ਤੋਂ ਇਲਾਵਾ ਉਹਨਾਂ ਨੂੰ ਪਰਮਾਨੈਂਟ ਇਸ ਤਰ੍ਹਾਂ ਦਾ ਮੋਬਾਈਲ ਨਾ ਦੇਣ। ਉਹਨਾਂ ਦੀ ਸਿਹਤ 'ਤੇ ਵੀ ਅੱਛਾ, ਬੱਚਿਆਂ ਦੇ ਵਿੱਚ ਚਿੜਚਿੜਾਪਨ ਵੀ ਆ ਜਾਂਦਾ ਹੈ ਜਦੋਂ ਉਹਨੂੰ ਮੋਬਾਈਲ ਨਹੀਂ ਮਿਲਦਾ, ਜੀ। ਉਹਨੇ ਉਹ YouTube ਤੇ ਉਹ ਵੇਖਣੇ ਹੁੰਦੇ ਨੇ ਕਾਰਟੂਨ ਵਗੈਰਾ। ਉਹਦੀ ਇਹੀ ਵਜ੍ਹਾ ਹੈ ਜੀ ਕਿ ਉਹ ਕਿਉਂਕਿ ਉਹਦੇ ਤੇ ਇੱਕ ਐਡਿਕਟ ਜਾਂ ਡਿਪੈਂਡੈਂਟ ਹੋ ਜਾਂਦਾ ਹੈ, ਜ਼ਿੱਦ ਕਰਦਾ ਹੈ, ਸ਼ੋਰ ਕਰੇਗਾ। ਡਿਪੈਂਡੈਂਟ ਹੋਣ ਤੋਂ ਬਾਅਦ ਸਾਡਾ ਕਿਉਂਕਿ ਸਪੈਸ਼ਲ ਐਜੂਕੇਸ਼ਨ ਜਾਂ ਇੱਦਾਂ ਵੀ ਸੈਂਟਰ ਹੈ ਬੱਚਿਆਂ ਦਾ, ਉੱਥੇ ਕਾਫੀ ਸਾਰੇ ਬੱਚੇ ਰਿਪੋਰਟ ਹੁੰਦੇ ਨੇ ਜਿਹੜੇ ਸਕਰੀਨ ਐਡਿਕਸ਼ਨ ਦੇ ਹੁੰਦੇ ਨੇ, ਕਿ ਮਾਵਾਂ ਕਹਿੰਦੀਆਂ ਨੇ ਕਿ ਇਹਨੂੰ ਖਾਣਾ ਜਾਂ ਨਵਾਲਾ ਦਈਏ ਤੇ ਪਹਿਲੇ ਕਾਰਟੂਨ ਜਾਂ ਪੋਇਮ ਲਾ ਕੇ ਦਈਏ ਤੇ ਖਾਣਾ ਖਾਂਦਾ ਹੈ, ਅਦਰਵਾਈਜ਼ ਇਹ ਨਹੀਂ ਖਾਂਦਾ। ਉਹਨਾਂ ਨੂੰ ਫਿਰ ਅਸੀਂ 12 14 16 ਘੰਟੇ ਮੋਬਾਈਲ ਟਾਈਮ ਹੁੰਦਾ ਹੈ, ਫਿਰ ਉਹਨੂੰ ਅਸੀਂ ਕੱਟ ਡਾਊਨ ਕਰਨੇ ਆ ਕਿ ਪਹਿਲੇ ਹਾਫ ਕਰੋ, ਫਿਰ ਉਸ ਤੋਂ ਕੰਮ ਐਸਤਾ ਐਸਤਾ ਉਹਨੂੰ ਉਹਦੀ ਤਵੱਜੋ ਦੂਸਰੀ ਚੀਜ਼ਾਂ ਲਈ ਡਿਵਰਟ ਕਰ ਦਿਓ। ਮੋਬਾਈਲ ਤੋਂ ਪਹਿਲੇ ਛੁਡਾਉਣ ਵਾਸਤੇ ਤੁਸੀਂ ਉਹਨੂੰ ਟੀਵੀ ਦੇ ਦਿਓ, ਉਹ ਦੂਰ ਹੋਏਗਾ, ਉਹਦੀ ਦਿਮਾਗ ਤੇ ਨਫਸਿਆਤ ਤੇ ਜ਼ਿਹਨ ਤੇ ਕਮ ਅਸਰ ਹੋਣਗੇ। ਔਰ ਉਹਨੂੰ ਅਦਰ ਕੋਈ ਟॉयਜ਼ ਦੇ ਦਿਓ ਔਰ ਇਸ ਐਡਿਕਸ਼ਨ ਤੋਂ ਬਚਾਓ, ਕਿਉਂਕਿ ਉਹਦੇ ਦਿਮਾਗ ਦੇ ਕਾਫੀ ਸਾਰੇ ਸਾਡੀ ਨਿਊਰੋਨ ਹੁੰਦੇ ਨੇ, ਉਹਨਾਂ ਨੂੰ ਮੁਤਾਸਰ ਕਰਦਾ ਹੈ ਔਰ ਸਾਡੀ ਓਵਰਆਲ ਇਮੋਸ਼ਨਲ ਸਿਹਤ ਜਿਹੜੀ ਹੈ ਉਹ ਵੀ ਖਰਾਬ ਨੁਕਸਾਨਦੇਹ, ਹੁੰਦੀ ਸਾਡੀ ਹੈ। ਸਿਹਤ ਲਈ ਨੁਕਸਾਨਦੇਹ। ਅੱਛਾ ਆਸਿਫ ਸਾਹਿਬ, ਇਹ ਡਿਫਰੈਂਟ ਸੋਸ਼ਲ ਮੀਡੀਆ ਦੀ ਐਪਲੀਕੇਸ਼ਨਸ ਨੇ, ਫੇਸਬੁੱਕ ਹੋ ਗਈ, WhatsApp, ਟਵਿੱਟਰ ਵਗੈਰਾ, ਅਸੀਂ ਸਾਰੇ ਤਕਰੀਬਨ ਸਾਰੀਆਂ ਐਪਲੀਕੇਸ਼ਨਸ ਨੂੰ ਇਸਤੇਮਾਲ ਕਰਦੇ ਹਾਂ, ਤੇ ਇਹਨਾਂ ਦੀ ਸਿਕਿਉਰਿਟੀ ਨੂੰ ਕਿਵੇਂ ਮੁਮਕਿਨ ਬਣਾਇਆ ਜਾ ਸਕਦਾ ਹੈ? ਬੀਇੰਗ ਅ ਯੂਜ਼ਰ ਉਸ ਨੂੰ ਕਿਵੇਂ ਤੁਸੀਂ ਸਿਕਿਉਰ ਜਾਂ ਉਸ ਦੀ ਪ੍ਰਾਈਵੇਸੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ? ਦੇਖੋ, ਦੋ ਚਾਰ ਚੀਜ਼ਾਂ ਨੇ ਕਿ ਬਹੁਤ ਬੜਾ ਮੈਟਰ ਨਹੀਂ ਹੈ। ਇੱਕ ਤੇ ਪਾਸਵਰਡ ਜਿਹੜਾ ਰੱਖਣਾ ਹੈ, ਉਹ ਕੋਸ਼ਿਸ਼ ਕਰੋ ਕਿ ਥੋੜਾ ਕੰਪਲੈਕਸ ਰੱਖੋ, ਵਿੱਚ ਸਪੈਸ਼ਲ ਕੈਰੈਕਟਰਸ, ਜਿਸ ਤਰ੍ਹਾਂ ਨੰਬਰ ਸਾਈਨ ਹੈ, ਡਾਲਰ ਸਾਈਨ ਹੈ, ਕੁਐਸਚਨ ਮਾਰਕ ਹੈ, ਇਹ ਤੁਹਾਡੇ ਪਾਸਵਰਡ ਦਾ ਹਿੱਸਾ ਹੋਣਾ ਚਾਹੀਦਾ ਹੈ। ਅਸੀਂ ਉਹੀ ਪਾਕਿਸਤਾਨ 1 2 3 ਰੱਖ ਦਿੰਦੇ ਜੀ, ਐਗਜ਼ੈਕਟਲੀ ਨੰਬਰ ਹੋਵੇ 1 2 3 ਚੋਂ ਕੋਈ ਰੈਂਡਮਲੀ ਨੰਬਰਸ ਹੋਣ, ਕੋਈ ਨਾਲ ਜਿਹੜਾ ਵੀ ਤੁਸੀਂ ਉਹ, ਜਾਂ ਇਸ ਤਰ੍ਹਾਂ ਅਗਰ ਪਾਕਿਸਤਾਨ ਵੀ ਲਿਖਣਾ ਤੁਸੀਂ ਤੇ ਉਹ ਪਾਕਿਸਤਾਨ ਪੂਰਾ ਬੇਸ਼ੱਕ ਲਿਖ ਲਓ, ਲੇਕਿਨ ਵਿੱਚ ਐਡ ਕਰ ਦਿਓ ਸਪੈਸ਼ਲ ਕੈਰੈਕਟਰਸ ਔਰ ਨੰਬਰਸ, ਠੀਕ, ਤਾਂ ਕਿ ਉਹ ਅੰਡਰਸਕੋਰ ਵਗੈਰਾ। ਜੀ ਐਗਜ਼ੈਕਟਲੀ, ਕੋਈ ਸਪੈਸ਼ਲ ਕੈਰੈਕਟਰਸ ਐਡ ਕਰ ਦਿਓ, ਇਸ ਤਰ੍ਹਾਂ ਦਾ ਪਾਸਵਰਡ ਹੋਵੇ। ਦੂਸਰਾ ਇਹ ਹੈ ਕਿ ਹਰ ਜਿਹੜੀ ਐਪ ਹੈ ਉਹਨੇ ਸਿਕਿਉਰਿਟੀ ਫੀਚਰਸ ਦਿੱਤੇ ਹੋਏ ਨੇ ਜਿਨ੍ਹਾਂ ਦਾ ਬੇਸਿਕ ਸਾਡਾ ਯੂਜ਼ਰ ਨੂੰ ਪਤਾ ਹੀ ਨਹੀਂ ਹੁੰਦਾ। ਯਾਨੀ ਫੇਸਬੁੱਕ ਦੇ ਅੰਦਰ 5 ਟਰਸਟਡ ਫਰੈਂਡਸ ਦੀ ਆਪਸ਼ਨ ਹੈ, ਉਹਨੂੰ ਅਨੇਬਲ ਕਰੋ ਤੁਸੀਂ, ਠੀਕ ਹੈ। ਉਹਦੇ ਨਾਲ ਇਹ ਹੋਏਗਾ ਕਿ ਕੋਈ ਤੁਹਾਡਾ ਪਾਸਵਰਡ ਚੋਰੀ ਵੀ ਹੋ ਜਾਂਦਾ ਹੈ ਤੇ ਉਹਨਾਂ ਦੇ ਥਰੂ ਤੁਸੀਂ ਰਿਕਵਰ ਕਰ ਸਕਦੇ ਹੋ, ਲੋਕਾਂ ਨੂੰ ਨਹੀਂ ਪਤਾ ਹੁੰਦਾ। ਅੱਛਾ, ਦੂਸਰਾ ਇਹ ਚੀਜ਼ ਹੈਗੀ ਹੈ ਕਿ ਤੁਹਾਡਾ ਮੋਬਾਈਲ ਦੀ ਤੁਸੀਂ ਜਿਹੜਾ 2 ਫੈਕਟਰ ਆਥੈਂਟੀਕੇਸ਼ਨ ਕੋਡ ਲਗਾਉਂਦੇ ਹੋ, ਕਿ ਤੁਸੀਂ ਪਾਸਵਰਡ ਅਗਰ ਤੁਹਾਡਾ ਕਿਸੇ ਨੂੰ ਪਤਾ ਵੀ ਚੱਲ ਜਾਂਦਾ ਹੈ, ਤੁਹਾਡੇ ਮੋਬਾਈਲ ਤੇ ਸਿਮ ਤੇ ਕੋਡ ਆਏਗਾ, ਉਹ ਲਾਓਗੇ ਤੇ ਫਿਰ ਜਿਹੜਾ ਨਾ ਉਹ ਅੱਗੇ ਚਲੇਗਾ। ਅਗਰ ਪਾਸਵਰਡ ਚੋਰੀ ਵੀ ਹੋ ਜਾਂਦਾ ਤੁਹਾਡਾ ਲੌਗਇਨ ਨਹੀਂ ਕਰ ਸਕਦਾ। ਤੀਸਰੀ ਚੀਜ਼ ਇਹ ਵੇ ਕਿ ਤੁਸੀਂ ਜਿਸ ਵੇਲੇ ਨਵਾਂ ਅਕਾਊਂਟ ਬਣਾਉਂਦੇ ਹੋ, ਬਣਾ ਲੈਂਦੇ ਹੋ ਸ਼ੌਕ ਦੇ ਵਿੱਚ, ਸਾਰਾ ਕੁਝ ਐਂਟਰ ਕਰ ਲਿਆ, ਪਾਸਵਰਡ ਯਾਦ ਰੱਖਿਆ, ਬਾਕੀ ਸਾਰਾ ਕੁਝ ਭੁੱਲ ਜਾਂਦੇ ਹੋ। ਸਿਕਿਉਰਿਟੀ ਕੁਐਸਚਨ ਕੀ ਹੈਗਾ ਸੀ, ਐਸੋਸੀਏਟਿਡ ਈਮੇਲ ਕਿਹੜਾ ਸੀ ਤੁਹਾਡਾ, ਉਸ ਈਮੇਲ ਦਾ ਪਾਸਵਰਡ ਭੁੱਲ ਜਾਂਦੇ ਹੋ। ਉਹ ਬਹੁਤ ਜ਼ਰੂਰੀ ਹੈ ਕਿ ਜਿਸ ਵੇਲੇ ਵੀ ਤੁਸੀਂ ਰਿਕਵਰ ਕਰਨਾ ਆਪਣਾ ਆਈਡੀ, ਉਹਦੇ ਵਾਸਤੇ ਤੁਹਾਡਾ ਉਹ ਐਸੋਸੀਏਟਿਡ ਈਮੇਲ ਤੁਹਾਡਾ ਜਿਹੜਾ ਹੈ ਉਹਦਾ ਪਾਸਵਰਡ ਹੋਣਾ ਤੁਹਾਡੇ ਕੋਲ ਬੜਾ ਜ਼ਰੂਰੀ ਹੈ। ਮੈਂ ਅਕਸਰ ਲੋਕਾਂ ਨੂੰ ਇਹ ਕਹਿੰਦਾ ਕਿ ਇਹ ਲਿਖ ਕੇ ਰੱਖ ਲਓ ਕਿਸੇ ਐਸੀ ਜਗ੍ਹਾ ਤੇ ਕਿ ਖੁਦਾ ਨਾ ਖਾਸਤਾ ਤੁਹਾਡਾ ਪਾਸਵਰਡ ਚੋਰੀ ਵੀ ਹੋ ਜਾਂਦਾ ਹੈ ਤੇ ਤੁਸੀਂ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਸੀਂ ਰਿਕਵਰ ਕਰ ਸਕਦੇ ਹੋ। ਦੂਸਰਾ, ਫੀਮੇਲਸ ਖਾਸ ਤੌਰ ਤੇ, ਵੈਸੇ ਮੇਲਸ ਵੀ ਇਸ ਤਰ੍ਹਾਂ ਬੱਚੇ ਵੀ ਕਰਦੇ ਨੇ ਕਿ ਕੋਈ ਵੀ ਫੈਮਿਲੀ ਪਿਕਚਰ ਅਪਲੋਡ ਕਰ ਦਿੰਦੇ ਨੇ, ਉਹਨੂੰ ਕਸਟਮਾਈਜ਼ ਨਹੀਂ ਕਰਦੇ, ਕਿਉਂਕਿ ਸਾਡੀ ਇੱਕ ਆਦਤ ਹੈ, ਅਸੀਂ 5000 ਫਰੈਂਡਸ ਜਲਦੀ ਬਣਾਣੇ ਨੇ ਫੇਸਬੁੱਕ ਤੇ, ਜਿਹੜਾ ਵੀ ਆ ਗਿਆ ਅੱਲਾ ਜਾਣੇ ਉਹ ਕੁੜੀ ਹੈ, ਮੁੰਡਾ ਹੈ, ਔਰਤ ਹੈ, ਬੰਦਾ ਹੈ, ਕੋਈ ਫਰਾਡਸਟਰ ਹੈ, ਕੋਈ ਮਤਲਬ ਕਿਸ ਤਰ੍ਹਾਂ ਦੇ ਲੋਕ ਨੇ। ਸਾਨੂੰ ਕੋਈ ਫਰੈਂਡ ਰਿਕੁਐਸਟ ਆਈ, ਔਰ ਇਹ ਮਸਲਾ ਜ਼ਿਆਦਾ ਮੇਲਸ ਦੇ ਨਾਲ ਹੈ, ਕਿਉਂਕਿ ਕਿਸੇ ਵੀ ਲੜਕੀ ਦਾ ਆਈਡੀ ਹੋਏਗਾ ਅਸੀਂ ਫੌਰਨ ਉਹਨੂੰ ਐਕਸੈਪਟ ਕਰ ਲੈਣਾ, ਤਸਵੀਰ ਕੁੜੀ ਦੀ ਲੱਗੀ ਹੈ ਤੇ ਬਸ ਰਿਕੁਐਸਟ ਐਕਸੈਪਟ ਕਰ ਲੈਣੀ। ਔਰ ਸਭ ਤੋਂ ਬੜਾ ਮਸਲਾ ਇਹਦੇ 'ਚ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਬੇਇੰਤਹਾ ਫੇਕ ਆਈਡੀਜ਼ ਜਿਹੜੇ ਨੇ ਉਹ ਆਪਰੇਟ ਕਰ ਰਹੇ ਹੁੰਦੇ ਨੇ ਔਰ ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ, ਔਰ ਉਹਦੇ ਤੋਂ ਫੀਮੇਲਸ ਵੀ ਟਰੈਪ ਹੋ ਰਹੀਆਂ ਨੇ ਬੱਚੀਆਂ, ਉਹਦੇ ਤੋਂ ਲੜਕੇ ਵੀ ਟਰੈਪ ਹੋ ਰਹੇ ਨੇ। ਤਾਂ ਇਸ ਵਾਸਤੇ ਫਰੈਂਡ ਉਹਨੂੰ ਐਡ ਕਰੋ ਜਿਹਨੂੰ ਤੁਸੀਂ ਜਾਣਦੇ ਹੋ।
ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ। ਔਰ ਦੂਸਰੀ ਚੀਜ਼ ਇਹ ਵੇ ਕਿ ਉਹਨਾਂ ਦੇ ਨਾਲ ਜਿਸ ਵੇਲੇ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨੀ ਹੈ, ਪਿਕਚਰ ਕੋਈ ਵੀਡੀਓ ਅਪਲੋਡ ਕਰਨੀ ਹੈ ਆਪਣੀ ਫੈਮਿਲੀ ਦੀ, ਉਹਨੂੰ ਕਸਟਮਾਈਜ਼ ਕਰਨਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਸਟਮਾਈਜ਼ ਅਸੀਂ ਉਹਨੂੰ ਅਪਲੋਡ ਕਰਦੇ ਹੋਏ ਉਹ ਨੀਚੇ ਇੱਕ ਐਰੋ ਬਣਿਆ ਹੁੰਦਾ, ਉਹਦੇ ਤੇ ਕਲਿੱਕ ਕਰਕੇ ਦੇਖੋ ਕਿ ਤੁਸੀਂ ਉਹਨੂੰ ਫਰੈਂਡਸ ਨਾਲ ਓਪਨ ਕਰਨਾ ਚਾਹੁੰਦੇ ਹੋ, ਤੁਸੀਂ ਉਹਨੂੰ ਪਬਲਿਕ ਕਰਨਾ ਚਾਹੁੰਦੇ ਹੋ, ਤੁਸੀਂ ਉਹਨੂੰ ਕਸਟਮਾਈਜ਼ ਚ ਕੀ ਹੈ ਕਿ ਕਿੰਨੇ ਲੋਕਾਂ ਨਾਲ ਤੁਸੀਂ ਉਹ Share ਸ਼ੇਅਰ ਕਰਨਾ ਕਰ ਸਕਦੇ ਹੋ, ਜਾਂ ਕਿੰਨੇ ਲੋਕ ਸਭ ਨਾਲ ਸ਼ੇਅਰ ਕਰਦੇ ਹੋ ਐਕਸੈਪਟ ਇਹ ਲੋਕਾਂ ਨੂੰ ਨਹੀਂ ਇਹਨਾਂ ਕੋਲ ਦਿਖਾਣੀ। ਨਹੀਂ ਜਾਣੀ ਚਾਹੀਦੀ। ਠੀਕ ਹੋ ਉਹ ਗਿਆ। ਬਹੁਤ ਜ਼ਰੂਰੀ ਹੈ। ਉਹਦੇ ਨਾਲ ਤੁਸੀਂ ਤੁਹਾਡਾ ਡਾਟਾ ਸਿਕਿਉਰ ਹੋ ਜਾਂਦਾ ਹੈ ਆਨਲਾਈਨ, ਔਰ ਤੁਹਾਡੇ ਅਕਾਊਂਟ ਵੀ ਸਿਕਿਉਰ ਹੋ ਜਾਂਦੇ ਅਕਾਊਂਟ ਵੀ ਸਿਕਿਉਰ ਰਹਿੰਦੇ ਨੇ। ਡਾਕਟਰ ਸਾਹਿਬ, ਇੱਕ ਮੀਮਸ ਦਾ ਕਲਚਰ ਬਣਿਆ ਹੈ। ਅਸੀਂ ਆਪਣੇ ਚੰਦ ਮਿੰਟ ਦੇ ਹਾਸੇ ਲਈ, ਆਪਣੀ ਤਸਕੀਨ ਲਈ ਲੋਕਾਂ ਦੀ ਤਜ਼ਲੀਲ ਕਰਦੇ ਹਾਂ। ਤੁਸੀਂ ਵੇਖਿਆ ਹੋਏਗਾ ਸੋਸ਼ਲ ਮੀਡੀਆ ਤੇ ਜਦੋਂ ਕੋਈ ਛੋਟਾ ਮੋਟਾ ਇਵੈਂਟ ਹੁੰਦਾ ਹੈ, ਕਿਸੇ ਇਨਸਾਨ ਦੇ ਬਾਰੇ, ਕਿਸੇ ਸੈਲੈਬ੍ਰਿਟੀ ਦੇ ਬਾਰੇ ਕੋਈ ਗੱਲ ਹੁੰਦੀ ਤੇ ਫੌਰਨ ਜਿਹੜਾ ਹੈ ਮੀਮਸ ਬਣਨੀਆਂ ਸ਼ੁਰੂ ਹੋ ਜਾਂਦੀ। ਤੇ ਤੁਸੀਂ ਇਸ ਰਵੱਈਏ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ ਕਿ ਅਸੀਂ ਕਿਸੇ ਦੂਸਰੇ ਦੀ ਤਜ਼ਹੀਕ ਕਰਕੇ, ਤਜ਼ਲੀਲ ਕਰਕੇ ਜਿਹੜਾ ਇੱਕ ਮਜ਼ਾ ਹਾਸਿਲ ਕਰਨ ਦੀ ਇੱਕ ਸਾਡੀ ਸੁਸਾਇਟੀ ਦੇ ਵਿੱਚ ਜਾਂ ਮਾਸ਼ਰੇ ਦੇ ਵਿੱਚ ਇੱਕ ਰੁਝਾਨ ਹੈ, ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖੋ? ਕਿਸੇ ਦੀ ਜ਼ਿੰਦਗੀ ਨਾਲ ਤੁਸੀਂ ਖੇਲ ਕੇ ਔਰ ਉਹਦੀ ਇੱਜ਼ਤ ਨਾਲ, ਉਹਦੀ ਮਾਸ਼ਰਤੀ ਔਰ ਉਹਦੀ ਘਰੇਲੂ ਲਾਈਫ, ਉਹਦੀ ਪਰਸਨਲ ਚੀਜ਼ਾਂ ਨੂੰ ਤੁਹਾਨੂੰ ਇਖਤਿਆਰ ਹੀ ਨਹੀਂ ਕਿ ਤੁਸੀਂ ਇਸ ਤਰ੍ਹਾਂ ਉਹਨੂੰ ਤਜ਼ੀਕ ਵਾਲੇ ਤਰੀਕੇ ਨਾਲ ਇਸਤੇਮਾਲ ਕਰੋ। ਕੋਈ ਕਿਸੇ ਤੋਂ ਮਿਸਟੇਕ, ਗਲਤੀ ਵੀ ਹੋ ਸਕਦੀ ਹੈ, ਕਿਸੇ ਦੀ ਕੋਈ ਵਰਡ ਹੈਨ, ਕੋਈ ਅਲਫਾਜ਼ ਹੈਨ, ਕੋਈ ਪਿਕਚਰ ਹੈ, ਕੋਈ ਮੀਡੀਆ ਤੇ ਉਹ ਲੀਕ ਹੋ ਸਕਦੀ ਹੈ, ਲੇਕਿਨ ਕਿਸੇ ਦੂਸਰੇ ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹਦੀ ਇਸ ਤਰ੍ਹਾਂ ਦੀ ਪਰਸਨਲ ਚੀਜ਼ਾਂ ਨੂੰ ਇਸਤੇਮਾਲ ਕਰਕੇ ਆਪਣਾ ਟ੍ਰੈਂਡ ਜਾਂ ਲਾਈਕ ਔਰ ਉਹਨਾਂ ਨੂੰ ਵਧਾਉਣ ਵਾਸਤੇ, ਆਪਣੇ ਫਾਲੋਅਰ ਔਰ ਆਪਣੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿਸੇ ਦੂਸਰੇ ਇਨਸਾਨ ਦੀ ਇਸ ਤਰ੍ਹਾਂ ਤਜ਼ਹੀਕ ਕੀਤੀ ਜਾਏ, ਔਰ ਉਹਨੂੰ ਬਾਜ਼ ਦਫਾ ਉਹ ਬੰਦਾ ਜਿਹਦੀ ਤਜ਼ਹੀਕ ਹੋ ਰਹੀ ਹੈ ਉਹ ਸੁਸਾਈਡ, ਖੁਦਕੁਸ਼ੀ, ਇਸ ਤਰ੍ਹਾਂ ਦੇ ਹੋਰ ਕਿਸੇ ਡਿਪਰੈਸ਼ਨ, ਬਹੁਤ ਵੱਡੀ ਕਿਸਮ ਆਈਸੋਲੇਸ਼ਨ, ਈਵਨ ਨਸ਼ਾ ਔਰ ਇਸ ਤਰ੍ਹਾਂ ਦੀ ਚੀਜ਼ਾਂ ਤੇ ਸਾਨੂੰ ਕੇਸ ਰਿਪੋਰਟ ਹੁੰਦੇ ਨੇ ਕਿ ਇਸ ਲੈਵਲ ਤੱਕ ਜਾ ਸਕਦਾ ਹੈ। ਔਰ ਉਸ ਦੇ ਨਾਲ ਜੋ ਹਾਦਸਾਤ ਹੋ ਰਹੇ ਨੇ ਜਾਂ ਉਹਦੀ ਫੈਮਿਲੀ ਪੂਰੀ ਸਫਰ ਕਰ ਰਹੀ ਹੈ, ਕਈ ਖਵਾਤੀਨ ਦਾ ਡਿਵੋਰਸ ਹੋ ਜਾਂਦਾ ਹੈ, ਕੋਈ ਹੋਰ ਇਸ ਤਰ੍ਹਾਂ ਦੇ ਮਸਲੇ ਬਣ ਜਾਂਦੇ ਨੇ, ਤੇ ਉਹ ਬੰਦਾ ਜਾਂ ਉਹ ਫਰਦ ਜਿਹੜਾ ਇਹ ਕੰਮ ਕਰ ਰਿਹਾ ਹੈ ਜਾਂ ਗਰੁੱਪ ਕਰ ਰਿਹਾ ਹੈ, ਉਹ ਇਸ ਬੁਰਾਈ ਦੇ ਔਰ ਇਸ ਗੁਨਾਹ ਦੇ ਔਰ ਇਸ ਸਜ਼ਾ ਦੇ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਉਹ ਇਹਦੇ ਜ਼ਿੰਮੇਦਾਰ ਹਨ। ਚਾਹੇ ਉਸ ਇਨਸਾਨ ਦੀ ਉਹਦੇ 'ਤੇ ਅਪਰੋਚ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਲੇਕਿਨ ਉਹ ਇਸ ਚੀਜ਼ ਦੇ ਇੰਤਹਾਈ ਜ਼ਿੰਮੇਦਾਰ ਹਨ, ਔਰ ਉਹਨਾਂ ਨੂੰ ਤੰਬੀ ਔਰ ਗਾਈਡ ਹੋਣਾ ਚਾਹੀਦਾ ਹੈ ਕਿ ਕੋਈ ਅੱਛੀ ਗੱਲ ਨਹੀਂ ਹੈ ਕਿ ਕਿਸੇ ਦੂਸਰੇ ਇਨਸਾਨ ਨੂੰ, ਇੱਕ ਇਨਸਾਨ ਤੋਂ ਤਕਲੀਫ ਪਹੁੰਚੇ ਔਰ ਉਹ ਇਸ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋਏ ਜਾਂ ਉਹਦੀ ਇੱਜ਼ਤ ਨੂੰ ਖਰਾਬ ਕੀਤਾ ਜਾਏ। ਕਿਸੇ ਦੂਸਰੇ ਇਨਸਾਨ ਨੂੰ ਕੋਈ ਹੱਕ ਨਹੀਂ ਬਣਦਾ। ਇਹ ਜਿਹੜਾ ਸਾਈਬਰ ਕ੍ਰਾਈਮ ਸਿਕਿਉਰਿਟੀ ਹਵਾਲੇ ਦਾ ਇੱਕ ਐਕਟ ਮਨਜ਼ੂਰ ਹੋਇਆ ਸੀ, ਤੇ ਉਹਦੇ ਪਾਸ ਹੋਣ ਤੋਂ ਬਾਅਦ ਆਵਾਮ ਦਾ ਕੀ ਰੁਝਾਨ ਹੈ ਉਸ ਵੱਲ? ਯਾਨੀ ਕਿ ਉਹਨਾਂ ਦੀ ਸ਼ਿਕਾਇਤਾਂ ਜਿਹੜੀਆਂ ਨੇ ਜ਼ਿਆਦਾ ਮਸੂਲ ਹੋਣੀਆਂ ਸ਼ੁਰੂ ਹੋਈਆਂ ਨੇ ਜਾਂ ਕਮ ਹੋਈਆਂ ਨੇ? ਉਹਨਾਂ ਨੂੰ ਰਿਲੀਫ ਮਿਲਿਆ ਹੈ ਜਾਂ ਪਹਿਲੇ ਰਿਪੋਰਟ ਨਹੀਂ ਸੀ ਹੁੰਦੇ ਕੇਸਿਸ, ਹੁਣ ਜ਼ਿਆਦਾ ਰਿਪੋਰਟ ਹੋਣ ਲੱਗ ਗਏ ਨੇ? ਉਸ ਬਾਰੇ ਥੋੜ੍ਹਾ ਜਿਹਾ ਦੱਸੋ ਜੀ। ਇਹ ਜਿਹੜੇ ਰਿਪੋਰਟ ਹੋਣ ਵਾਲੇ ਕੇਸਿਸ ਨੇ ਉਹ ਬੇਸਿਕਲੀ ਮਲਟੀਪਲਾਈ ਹੋ ਰਹੇ ਨੇ ਹਰ ਸਾਲ। ਯਾਨੀ ਲਾਸਟ ਈਅਰ 1,06,000 ਕੰਪਲੇਂਟਸ ਸਨ, 1,06,000 ਜਿਹੜੀ ਕੰਪਲੇਂਟਸ ਹੈ ਸਨ ਰਿਪੋਰਟ ਹੋਣ। ਮੇਰਾ ਖਿਆਲ ਹੈ ਇਸ ਦਫਾ ਉਹਦੇ ਤੋਂ ਕਿਤੇ ਹੀ ਜ਼ਿਆਦਾ ਹੋਣੀਆਂ ਨੇ। ਉਹਦੇ ਤੋਂ ਪਿਛਲੇ ਸਾਲ 28,000 ਸਨ। ਯਾਨੀ ਤੁਸੀਂ ਇਹ ਦੇਖੋ ਕਿ 3 ਗੁਣਾ ਤੋਂ ਵੀ ਜ਼ਿਆਦਾ बढ़िया ਹੈ। ਪਾਕਿਸਤਾਨ ਦੇ ਅੰਦਰ ਇਹਦਾ ਟ੍ਰੈਂਡ ਬਹੁਤ ਜ਼ਿਆਦਾ ਹੈ। ਉਹਦਾ ਲਾਅ ਜਿਹੜਾ ਹੈ ਓਬਵੀਅਸਲੀ ਕੰਪਰੀਹੈਂਸਿਵ ਲਾਅ ਪਾਕਿਸਤਾਨ 'ਚ 2016 'ਚ ਪੈਕਾ ਜਿਹਦਾ ਨਾਂ ਹੈ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਬਲਕਿ ਮੈਂ ਬੀਇੰਗ ਅ ਮੈਂਬਰ ਆਫ ਲਾਅ ਇਨਫੋਰਸਿੰਗ ਏਜੰਸੀ, ਮੈਂ ਇਹ ਸਮਝਣਾ ਕਿ ਇਸ ਲਾਅ 'ਚ ਬਿਹਤਰੀ ਦੀ ਬਹੁਤ ਸਾਰੀ ਗੁੰਜਾਇਸ਼ ਹੈ, ਜਿਹੜੀ ਕਿ ਸਾਡੇ ਆਫਿਸ ਦੀ ਤਰਫੋਂ, ਸਾਡੇ ਇਦਾਰੇ ਦੀ ਤਰਫੋਂ, ਕੰਸਰਨਡ ਜਿਹੜੇ ਮਿਨਿਸਟਰੀਜ਼ ਔਰ ਇਦਾਰੇ ਨੇ ਉਹਨਾਂ ਨੂੰ ਲਿਖਿਆ ਜਾਂਦਾ ਕਿ ਇਸ ਕਾਨੂੰਨ ਦੇ ਵਿੱਚ ਬਿਹਤਰੀ ਦੀ ਕੀ ਗੁੰਜਾਇਸ਼ ਹੈ ਔਰ ਕਿੱਥੇ ਕਿੱਥੇ ਗੁੰਜਾਇਸ਼ ਹੈ, ਕਿਉਂਕਿ ਇਹ ਡਿਜੀਟਲ ਵਰਲਡ ਨੂੰ ਬੇਸਿਕਲੀ ਉਹ ਕਰਦਾ। ਤੇ ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਇਹਨੂੰ ਕੁਝ ਅਰਸੇ ਤੋਂ ਬਾਅਦ, ਜਿਸ ਤਰ੍ਹਾਂ ਜਿੱਦਤ ਆ ਰਹੀ ਹੈ ਟੈਕਨੋਲੋਜੀ ਦੇ ਅੰਦਰ, ਇਸੇ ਤਰ੍ਹਾਂ ਇਸ ਕਾਨੂੰਨ ਨੂੰ ਬਿਹਤਰ ਕੀਤਾ ਜਾਵੇ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਇਹਨੂੰ 20 ਸਾਲ ਤੋਂ ਬਾਅਦ ਅਸੀਂ ਛੇੜੀਏ। ਇਹਦੇ ਵਿੱਚ ਬਿਹਤਰੀ ਦੀ ਗੁੰਜਾਇਸ਼ ਹੈ। ਔਰ ਦੂਸਰਾ ਹੈ ਕਿ ਸਿਕਿਉਰ ਕਰਨਾ ਲੋਕਾਂ ਨੂੰ। ਹੁਣ ਫਾਈਨੈਂਸ਼ੀਅਲ ਕ੍ਰਾਈਮ बढ़िया ਹੈ। ਮੈਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ 2019 ਤੋਂ ਬਾਅਦ ਫਾਈਨੈਂਸ਼ੀਅਲ ਕ੍ਰਾਈਮ बढ़िया ਹੈ,
ਫੌਰੀ ਤੌਰ ਤੇ ਇਹਦੇ ਤੇ ਲੈਜਿਸਲੇਸ਼ਨ ਹੋਣੀ ਚਾਹੀਦੀ ਹੈ ਔਰ ਫਾਈਨੈਂਸ਼ੀਅਲ ਕ੍ਰਿਮੀਨਲਸ ਜਿਹੜੇ ਨੇ ਉਹਨਾਂ ਦੀ ਸਜ਼ਾਵਾਂ बढ़ाਉਣੀਆਂ ਚਾਹੀਦੀਆਂ ਨੇ ਔਰ ਉਹਦੇ ਵਿੱਚ ਮਤਲਬ ਜਿਹੜਾ ਨਵਾਂ ਟ੍ਰੈਂਡ ਆ ਰਿਹਾ ਉਹਨੂੰ ਐਡ ਕਰਨਾ ਚਾਹੀਦਾ। ਕਾਨੂੰਨ ਕੰਪਰੀਹੈਂਸਿਵ ਹੈ, ਅੱਛਾ ਲਾਅ ਹੈ, ਲੇਕਿਨ ਉਹਦੇ ਵਿੱਚ ਸਜ਼ਾਵਾਂ ਮੇਰੇ ਖਿਆਲ ਦੇ ਮੁਤਾਬਿਕ ਔਰ ਮੇਰਾ ਵੀ ਖਿਆਲ ਹੈ ਔਰ ਸਾਡਾ ਕਿਉਂਕਿ ਲਾਅ ਇਨਫੋਰਸਿੰਗ ਏਜੰਸੀ ਦੇ ਜਿਹੜੇ ਮੈਂਬਰ ਨੇ ਸਾਡਾ ਸਭ ਦਾ ਹੈ ਕੰਸੈਂਸਸ ਹੈ ਇਸ ਚੀਜ਼ ਤੇ ਸਜ਼ਾਵਾਂ ਜ਼ਿਆਦਾ ਹੋਣੀਆਂ ਚਾਹੀਦੀਆਂ। ਸਰ ਤੁਹਾਡਾ ਦੋਵਾਂ ਦਾ ਬਹੁਤ ਸ਼ੁਕਰੀਆ, ਤੁਸੀਂ ਸਾਡੀ ਬੈਠਕ ਲਈ ਵੇਲ ਕੱਢਿਆ ਤੇ ਇੱਕ ਇੰਤਹਾਈ ਅਹਿਮ ਮੌਜੂ ਤੇ ਗੁਫ਼ਤਗੂ ਕੀਤੀ ਅੱਜ ਦੀ ਬੈਠਕ ਵਿੱਚ। ਨਾਜ਼ਰੀਨ, ਸਾਡੇ ਵਡਕੇ ਕਹਿ ਕੇ ਗਏ ਨੇ ਕਿ ਕਿਸੇ ਵੀ ਚੀਜ਼ ਦਾ ਜਿਹੜਾ ਜ਼ਰੂਰਤ ਤੋਂ ਵੱਧ ਇਸਤੇਮਾਲ ਹੈ ਉਹ ਚੰਗਾ ਨਹੀਂ ਹੁੰਦਾ, ਹੁਣ ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਜਾਂ ਕੋਈ ਹੋਰ ਸ਼ੈ ਹੋ, ਤੇ ਸਾਨੂੰ ਹਰ ਚੀਜ਼ ਨੂੰ ਇਤਦਾਲ ਦੇ ਨਾਲ ਕਰਨਾ ਚਾਹੀਦਾ ਹੈ। ਅੱਜ ਦੀ ਇਸ ਬੈਠਕ ਦੇ ਵਿੱਚ ਅਸੀਂ ਜਿਹੜੀ ਗੁਫ਼ਤਗੂ ਕੀਤੀ, ਸਾਡੇ ਮਹਿਮਾਨਾਂ ਨੇ ਰਾਏ ਵੀ ਦਿੱਤੀ, ਮਸ਼ਵਰੇ ਵੀ ਦਿੱਤੇ। ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਤੋਂ ਤੁਸੀਂ ਫਾਇਦਾ ਚੁੱਕੋਗੇ ਤੇ ਆਪਣੇ ਆਪ ਨੂੰ ਕਿਸੇ ਵੀ ਕਿਸਮ ਦੇ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਣ ਤੋਂ ਬਚਾਓਗੇ। ਮੈਂ ਇਜਾਜ਼ਤ ਚਾਹਾਂਗੀ ਤੇ ਅਗਲੀ ਬੈਠਕ ਦੇ ਵਿੱਚ ਕਿਸੇ ਨਵੇਂ ਮੌਜੂ ਨਾਲ ਮੁਲਾਕਾਤ ਹੋਵੇਗੀ। ਅੱਲਾ ਨੇ ਕੇ ਬਾਦ।